ਮੂਕ ਉਚਰੈ ਸਾਸਤਰ ਖਟ, ਪਿੰਗ ਗਿਰਨ ਚੜ ਜਾਈ। ਅੰਧ ਲਖੈ ਬਦਰਉ ਸੁਨੈ, ਜੋ ਕਾਲ ਕਿਰਪਾ ਕਰਾਈ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਓ ਤੁਮ ਕਥਾ ਸੁਧਾਰੀ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਜੀ ਦੀ ਮਹਾਨ ਕਿਰਪਾ ਦੇ ਨਾਲ ਅੱਜ ਆਪਾਂ ਸਾਰੇ ਹੀ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਿਨਾਂ ਦੀ ਪਾਵਨ ਪਵਿੱਤਰ ਅਕਾਲੀ ਗੁਰਬਾਣੀ ਸ਼੍ਰੀ ਦਸਮ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦੀ ਅਜੀਮ ਰਚਨਾ ਬਾਰੇ ਵਿਚਾਰ ਗੋਸ਼ਟੀ ਕਰਨ ਲਈ ਵਿਸ਼ੇਸ਼ ਸਮਾਗਮ ਭੈਣੀ ਸਾਹਿਬ ਵੱਲੋਂ ਜੋ ਕਰਵਾਇਆ ਜਾ ਰਿਹਾ ਹੈ, ਉਹ ਸਮਾਗਮਾਂ ਦੇ ਵਿੱਚ ਆਪਾਂ ਹਾਜ਼ਰੀਆਂ ਭਰਦੇ ਪਏ ਹਾਂ। ਸੋ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਜਗਤ ਜਲੰਦੇ ਦੀ ਰੱਖਣ ਵਾਸਤੇ ਦੁਨੀਆ ਦੇ ਉੱਪਰ ਚੱਲ ਕਰਕੇ ਆਏ। ਗੁਰੂ ਨਾਨਕ ਸਾਹਿਬ ਜੀ ਦਾ ਜਦੋਂ ਦੁਨੀਆ ਦੇ ਉੱਪਰ ਆਗਾਜ਼ ਹੋਇਆ ਤੇ ਸੱਚੇ ਪਾਤਸ਼ਾਹ ਜੀ ਦੇ ਕੁਰਾਏ ਪਏ ਹੋਏ ਦੁਨੀਆ ਨੂੰ ਉਪਦੇਸ਼ ਦੇਣ ਖਾਤਰ ਧੁਰ ਕੀ ਗੁਰਬਾਣੀ ਦਾ ਆਗਾਜ਼ ਦੁਨੀਆ ਦੇ ਉੱਪਰ ਕੀਤਾ। ਸੱਚੇ ਪਾਤਸ਼ਾਹ ਜੀ ਮੌਲਵੀ ਦੇ ਪਾਸ ਗਏ ਤੇ ਮਹਾਰਾਜ ਸਾਹਿਬ ਜੀ ਨੇ ਮੌਲਵੀ ਨੂੰ ਉਪਦੇਸ਼ ਦਿੱਤਾ। ਜੇ ਮਹਾਰਾਜ ਸਾਹਿਬ ਜੀ ਪੰਡਤ ਦੇ ਕੋਲ ਗਏ ਤੇ ਮਹਾਰਾਜ ਸਾਹਿਬ ਜੀ ਨੇ ਪੰਡਤ ਨੂੰ ਉਪਦੇਸ਼ ਬਖਸ਼ ਕੇ ਨਿਹਾਲ ਕਰਤਾਰਥ ਕੀਤਾ। ਗੁਰੂ ਨਾਨਕ ਸਾਹਿਬ ਜੀ ਦੇ ਦੁਨੀਆ ਤੋਂ ਆਉਣ ਤੋਂ ਪਹਿਲਾਂ ਦੁਨੀਆ ਦੇ ਉੱਪਰ ਦੋ ਧਰਮਾਂ ਦਾ ਰੌਲਾ ਚੱਲਦਾ ਸੀ। ਹਿੰਦੂ ਕਹਿੰਦੇ ਸਨ ਕਿ ਸਾਡੀ ਸੰਸਕ੍ਰਿਤ ਭਾਸ਼ਾ ਮਹਾਨ ਹੈ, ਅਤੇ ਮੁਸਲਮਾਨ ਕਹਿੰਦੇ ਸਨ ਕਿ ਸਾਡੀ ਅਰਬੀ ਭਾਸ਼ਾ ਖੁਦਾ ਦੀ ਬੋਲੀ ਹੈ। ਗੁਰੂ ਨਾਨਕ ਸਾਹਿਬ ਜੀ ਨੇ ਇਹਨਾਂ ਦੋਨਾਂ ਭਾਸ਼ਾਵਾਂ ਦਾ ਜੋ ਰਗੜਾ ਝਗੜਾ ਸੀ, ਉਹ ਮੇਟਣ ਵਾਸਤੇ ਦੁਨੀਆ ਦੇ ਲੋਕਾਂ ਨੂੰ ਸਮਝਾਇਆ ਕਿ ਭਾਸ਼ਾ ਇੱਕ ਭਾਂਡਾ ਹੈ। ਭਾਂਡੇ ਦੇ ਵਿੱਚ ਦੁੱਧ ਪਾ ਲਓ ਜਾਂ ਭਾਂਡੇ ਦੇ ਵਿੱਚ ਜ਼ਹਿਰ ਪਾ ਲਓ, ਭਾਂਡਾ ਤੇ ਭਾਂਡਾ ਹੀ ਹੈ। ਮਹਾਰਾਜ ਸਾਹਿਬ ਜੀ ਨੇ ਕਿਹਾ ਫਾਰਸੀ ਬੋਲੀ ਵੀ ਇੱਕ ਭਾਂਡਾ ਹੈ, ਦੇਵਬਾਣੀ ਸੰਸਕ੍ਰਿਤੀ ਵੀ ਇੱਕ ਭਾਂਡਾ ਹੈ। ਇਹ ਹੁਣ ਤੁਸਾਂ ਨੇ ਦੇਖਣਾ ਹੈ ਕਿ ਭਾਂਡੇ ਦੇ ਵਿੱਚ ਅੰਮ੍ਰਿਤ ਬੋਲਾਂ ਰੂਪੀ ਅੰਮ੍ਰਿਤ ਪਾਉਣਾ ਹੈ ਜਾਂ ਕੁਬਚਨਾ ਰੂਪੀ ਜ਼ਹਿਰ ਪਾਉਣੀ ਹੈ। ਸੱਚੇ ਪਾਤਸ਼ਾਹ ਜੀ ਨੇ ਕਿਸੇ ਖਾਸ ਬੋਲੀ ਦੇ ਨਾਲ ਪਿਆਰ ਨਹੀਂ ਕੀਤਾ। ਜਿਹੋ ਜਿਹਾ ਬੰਦਾ ਗੁਰੂ ਨਾਨਕ ਸਾਹਿਬ ਜੀ ਦੇ ਸਾਹਮਣੇ ਚੱਲ ਕੇ ਆਇਆ, ਮਹਾਰਾਜ ਸਾਹਿਬ ਜੀ ਨੇ ਉਸੇ ਹੀ ਬਾਣੀ ਦੇ ਉਸੇ ਹੀ ਬੋਲੀ ਵਿੱਚ ਉਹਨੂੰ ਉਪਦੇਸ਼ ਬਖਸ਼ ਕੇ ਨਿਹਾਲ ਕਰਤਾਰਥ ਕੀਤਾ। ਗੁਰੂ ਨਾਨਕ ਸਾਹਿਬ ਜੀ ਦੀ ਸਿੱਧਾਂ ਦੇ ਨਾਲ ਵਿਚਾਰ ਗੋਸ਼ਟੀ ਹੋਈ, ਕੋਈ ਸੁਮੇਰ ਪਰਬਤ ਦੇ ਉੱਪਰ ਹੋਈ, ਕੋਈ ਮਹਾਰਾਜ ਸਾਹਿਬ ਜੀ ਨੇ ਅਚਲ ਬਟਾਲੇ ਦੀ ਧਰਤੀ ਦੇ ਉੱਪਰ ਵਿਚਾਰ ਗੋਸ਼ਟੀ ਕੀਤੀ, ਤੇ ਗੁਰੂ ਨਾਨਕ ਸਾਹਿਬ ਜੀ ਨੇ ਬਾਣੀ ਉਚਾਰੀ ਸਿੱਧ ਗੋਸ਼ਟ ਤੇ ਜਪਜੀ ਸਾਹਿਬ ਦੀ। ਤੇ ਮਹਾਰਾਜ ਸਾਹਿਬ ਜੀ ਨੇ ਜਪਜੀ ਸਾਹਿਬ ਨੂੰ ਬੜਾ ਮਾਣ ਬਖਸ਼ਿਆ। ਆਪ ਵੀ ਅੰਮ੍ਰਿਤ ਵੇਲੇ ਜਪਜੀ ਸਾਹਿਬ ਦਾ ਪਾਠ ਕਰਦੇ ਰਹੇ ਅਤੇ ਗੁਰੂ ਕੇ ਸਿੱਖਾਂ ਨੂੰ ਵੀ ਜਪਜੀ ਦੇ ਨਾਲ ਜੋੜਦੇ ਰਹੇ। ਲਿਖਣ ਦਾ ਸਿਲਸਿਲਾ ਭਾਈ ਬਾਲਾ ਜੀ ਨੇ ਸ਼ੁਰੂ ਕੀਤਾ ਤੇ ਪੁਰਾਣੀਆਂ ਲਿਖਤਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ, ਜੋ ਅੱਜ ਕੱਲ੍ਹ ਭਾਵੇਂ ਆਪਾਂ ਜਪ ਜੀ ਜਪ ਗੁਰਬਾਣੀ ਦਾ ਨਾਮ ਹੈ ਤੇ ਜੀ ਸਤਿਕਾਰ ਬੋਧਕ ਸ਼ਬਦ ਹੈ, ਜਪਜੀ ਸਾਹਿਬ ਕਹਿ ਦਿੰਦੇ ਆ, ਪਰ ਪੁਰਾਣੀਆਂ ਬੀੜਾਂ ਦੇ ਆਪਾਂ ਦਰਸ਼ਨ ਕਰੀਏ ਤੇ ਉਹਨਾਂ ਬੀੜਾਂ ਦੇ ਵਿੱਚ ਲਿਖਿਆ ਹੈ ਜਪ ਨਿਸ਼ਾਨ। ਜਪਜੀ ਸਾਹਿਬ ਦਾ ਨਾਮ ਜਪ ਨਿਸ਼ਾਨ ਹੈ। ਨਿਸ਼ਾਨ ਦੇ ਅਰਥ ਸੰਪਰਦਾਈ ਵਿਦਵਾਨਾਂ ਨੇ ਤਿੰਨ ਪ੍ਰਕਾਰ ਦੇ ਕੀਤੇ ਨੇ, ਤੇ ਉਹਦੇ ਵਿੱਚੋਂ ਇੱਕ ਅਰਥ ਬੜਾ ਕਮਾਲ ਦਾ, ਇਹ ਨਿਸ਼ਾਨ ਦਾ ਅਰਥ ਹੁੰਦਾ ਇਹ ਨਿਸ਼ਾਨੀ। ਜਦੋਂ ਦਰਗਾਹ ਦੇ ਵਿੱਚ ਬੰਦਾ ਜਾਂਦਾ ਏ ਤੇ ਧਰਮਰਾਜ ਇਹਨੂੰ ਕਹਿੰਦਾ ਜਾ ਕੇ ਵੀ ਮੈਂ ਗੁਰੂ ਨਾਨਕ ਸਾਹਿਬ ਜੀ ਦਾ ਸਿੱਖ ਹਾਂ, ਤੇ ਧਰਮਰਾਜਾ ਅੱਗੋਂ ਕਹਿੰਦਾ ਏ ਵੀ ਗੁਰੂ ਨਾਨਕ ਦੀ ਕੋਈ ਨਿਸ਼ਾਨੀ ਦੇ, ਤੇਰੇ ਕੋਲ ਕੋਈ ਨਿਸ਼ਾਨੀ ਹੈਗੀ ਹੈ?
ਤਾਂ ਉਹ ਫਿਰ ਜਪਜੀ ਸਾਹਿਬ ਦਾ ਪਾਠ ਸੁਣਾਉਂਦਾ ਹੈ। ਉਹ ਕਹਿੰਦਾ ਇਹ ਮੇਰੇ ਕੋਲ ਇਹ ਜਪਜੀ ਸਾਹਿਬ ਰੂਪੀ ਨਿਸ਼ਾਨੀ ਹੈ। ਜਪਜੀ ਸਾਹਿਬ ਦਰਗਾਹ ਦੀ ਨਿਸ਼ਾਨੀ ਹੈ। ਗੁਰੂ ਕੇ ਸਿੱਖ ਪੁਰਾਣੇ ਜਪਜੀ ਸਾਹਿਬ ਜੀ ਦਾ ਪਾਠ ਕਰਦੇ ਹੁੰਦੇ ਸੀ। ਕਵੀ ਸੰਤੋਖ ਸਿੰਘ ਜੀ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਲਿਖਿਆ ਏ, ਉਹ ਕਹਿੰਦੇ ਚੌਲ ਤੋਂ ਬਿਨਾਂ ਜਿਵੇਂ ਫੱਕ ਦਾ ਕੋਈ ਮੁੱਲ ਨਹੀਂ ਨਾ ਹੁੰਦਾ, ਜਿਹਨੂੰ ਜਪਜੀ ਸਾਹਿਬ ਦਾ ਪਾਠ ਚੇਤੇ ਨਹੀਂ ਨਾ, ਉਹ ਗੁਰੂ ਕਾ ਸਿੱਖ ਇੱਦਾਂ ਜਾਣੋ ਜਿਵੇਂ ਚੌਲ ਤੋਂ ਬਿਨਾਂ ਫੱਕ ਹੁੰਦੀ ਹੈ। ਇੱਦਾਂ ਹੀ ਮੈਂ ਪੁਰਾਣੀਆਂ 10 ਗ੍ਰੰਥੀਆਂ ਦੇ ਦਰਸ਼ਨ ਕੀਤੇ ਨੇ ਤੇ 10ਵੇਂ ਪਾਤਸ਼ਾਹ ਜੀ ਦੇ ਪਾਵਨ ਸਰੂਪਾਂ ਦੇ ਦਰਸ਼ਨ ਕੀਤੇ ਨੇ। ਪਟਨੇ ਸਾਹਿਬ ਵਾਲੀ ਬੀੜ ਵੀ ਸ਼ਾਇਦ ਮੈਂ ਦਰਸ਼ਨ ਕੀਤੇ ਨੇ, ਉਹਦੇ ਵਿੱਚ ਵੀ ਲਿਖਿਆ ਹੈ ਜਾਪ ਨਿਸ਼ਾਨ। ਜਪਜੀ ਸਾਹਿਬ ਗੁਰੂ ਨਾਨਕ ਸਾਹਿਬ ਜੀ ਦੀ ਨਿਸ਼ਾਨੀ ਹੈ ਤੇ ਜਾਪ ਸਾਹਿਬ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦੀ ਨਿਸ਼ਾਨੀ ਹੈ। ਪੁਰਾਣੇ ਗੁਰੂ ਕੇ ਸਿੱਖ ਜਪਜੀ ਤੇ ਜਾਪ ਨੂੰ ਇੱਕ ਬਰਾਬਰ ਮੰਨਦੇ ਸਨ। ਜਪਜੀ ਸਾਹਿਬ ਉਪਦੇਸ਼ ਰੂਪ ਹੈ, ਜਾਪ ਸਾਹਿਬ ਅਸਤੋਤਰ ਰੂਪ ਹੈ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇਹ ਸਿੱਖਾਂ ਦਾ ਮੂਲ ਮੰਤਰ ਹੈ। ਸਿੱਖ ਇਹਨੂੰ ਮੂਲ ਮੰਤਰ ਕਹਿੰਦੇ ਨੇ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਪਾਵਨ ਬਾਣੀ ਪੜ੍ਹੀਏ। ਸੱਚੇ ਪਾਤਸ਼ਾਹ ਜੀ ਨੇ ਸਤਨਾਮ ਜੋ ਪੁਰਖ ਪਛਾਨੈ, ਸਤਨਾਮ ਜੋ ਬਚਨ ਪ੍ਰਮਾਨੈ, ਸਤਨਾਮ ਲੈ ਮਗਮੋ ਚਲਹੀ ਤਾਕੋ ਕਾਲ ਨ ਕਬਹੂ ਦਲਹੀ। ਮੂਲ ਮੰਤਰ ਦਾ ਸੰਖੇਪ ਰੂਪ ਸਤਨਾਮ ਲਿਖਿਆ ਹੈ। ਪੁਰਾਣੇ ਗੁਰੂ ਕੇ ਸਿੱਖ ਨਾਮ ਜਪਦੇ ਹੁੰਦੇ ਸੀ ਸਤਨਾਮ ਵਾਹਿਗੁਰੂ, ਉਹਦਾ ਵੀ ਇੱਕ ਭਾਵ ਹੁੰਦਾ ਸੀ। ਵਾਹਿਗੁਰੂ ਗੁਰੂ ਮੰਤਰ ਹੈ ਤੇ ਸਤਨਾਮ ਮੂਲ ਮੰਤਰ ਹੈ, ਕਿਉਂਕਿ ਮੂਲ ਮੰਤਰ ਵਿੱਚ ਸਤਨਾਮ ਪਦ ਆਉਂਦਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੀ ਬਾਣੀ ਵਿੱਚ ਮੂਲ ਮੰਤਰ ਦੀ ਵਡਿਆਈ ਕੀਤੀ। ਮਹਾਰਾਜ ਕਹਿੰਦੇ ਸਤਨਾਮ ਜਪਦਾ ਹੋਇਆ ਜਿਹੜਾ ਪੁਰਖ ਮਾਰਗ ਦੇ ਉੱਪਰ ਚੱਲਦਾ ਹੈ ਉਹਨੂੰ ਕਾਲ ਕਦੇ ਵੀ ਦਲਦਾ ਨਹੀਂ। ਸਤਨਾਮ ਦੀ ਵਡਿਆਈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੀ ਬਾਣੀ ਵਿੱਚ ਕੀਤੀ। ਸਰਬਲੋ ਪ੍ਰਕਾਸ਼ ਗ੍ਰੰਥ ਇੱਕ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪਾਵਨ ਗ੍ਰੰਥ ਹੈ। ਉਹਦੇ ਵਿੱਚ ਮਹਾਰਾਜ ਨੇ ਲਿਖਿਆ ਸਤਨਾਮ ਅਕਾਲ ਮੂਰਤ ਨਿਤ ਉੱਠ ਧਿਆਈਏ। ਗੁਰੂ ਕਿਹਾ ਸਿੱਖਾ ਅੰਮ੍ਰਿਤ ਵੇਲੇ ਉੱਠ ਕੇ ਸਤਨਾਮ ਮੂਲ ਮੰਤਰ, ਸਤਨਾਮ ਅਕਾਲ ਮੂਰਤ, ਇਹ ਮੂਲ ਮੰਤਰ ਦੇ ਜਨਾਇਕ ਨੇ। ਅੰਮ੍ਰਿਤ ਵੇਲੇ ਉੱਠ ਕਰਕੇ ਮੂਲ ਮੰਤਰ ਦਾ ਪਾਠ ਕਰਿਆ ਕਰ। ਪੁਰਾਣੇ ਗੁਰੂ ਕੇ ਸਿੱਖ 10ਵੇਂ ਪਾਤਸ਼ਾਹ ਜੀ ਦਾ ਜੋ ਜਾਪ ਸਾਹਿਬ ਹੈ ਜਾਂ 10ਵੇਂ ਪਾਤਸ਼ਾਹ ਜੀ ਦੇ ਅਸਤੋਤਰ ਨੇ, ਇਹਨੂੰ ਮੂਲ ਮੰਤਰ ਦੀ ਵਿਆਖਿਆ ਗਿਣਦੇ ਸਨ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇੱਕ ਓੰਕਾਰ ਦੀ ਵਿਆਖਿਆ ਦੇ ਵਿੱਚ ਹੀ ਇਹ ਬਾਣੀ ਲਿਖੀ ਹੈ। ਪੁਰਾਣੇ ਗੁਰੂ ਕੇ ਸਿੱਖਾਂ ਦਾ ਇਹ ਦ੍ਰਿੜ ਨਿਸ਼ਚਾ ਸੀ, ਭਰੋਸਾ ਸੀ। ਉਹ ਕਹਿੰਦੇ ਸੀ ਵੀ ਜਪਜੀ ਸਾਹਿਬ ਗੁਰੂ ਨਾਨਕ ਦੀ ਨਿਸ਼ਾਨੀ ਹੈ ਤੇ ਜਾਪ ਸਾਹਿਬ ਜਿਹੜਾ ਹੈ ਇਹ ਗੁਰੂ ਕਲਗੀਧਰ ਦੀ ਨਿਸ਼ਾਨੀ ਹੈ। ਨਾਮਧਾਰੀ ਪੰਥ ਦੇ ਵਿੱਚ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਜੋ ਪੁਰਾਣੀ ਸਿੱਖਾਂ ਦੀ ਜੋ ਮਾਨਮਤੀ ਸੰਸਥਾ ਹੈ, ਮਾਨਮਤਿਆ ਪੰਥ ਹੈ, ਉਹਦੇ ਨਿਤਨੇਮ ਦੇ ਵਿੱਚ ਇਹ ਮਰਿਆਦਾ ਸੀ ਵੀ ਜਪਜੀ ਸਾਹਿਬ ਤੇ ਸ਼ਬਦ ਹਜ਼ਾਰੇ ਆਦਿ ਜੀ ਕੇ, ਜਾਪ ਸਾਹਿਬ ਤੇ ਸ਼ਬਦ ਹਜ਼ਾਰੇ ਦਸਮ ਜੀ ਕੇ, ਇਹਦਾ ਨਿਤਨੇਮ ਗੁਰੂ ਕਾ ਸਿੱਖ ਜ਼ਰੂਰ ਕਰੇ। ਪੰਜਾਂ ਬਾਣੀਆਂ ਦਾ ਹੁਕਮ ਹੈ ਪਰ ਇਹ 2 ਗੁਰਬਾਣੀਆਂ ਦਾ ਨਿਤਨੇਮ ਜ਼ਰੂਰ ਕਰਨਾ ਹੈ। ਰਹਿਤਨਾਮਿਆਂ ਦੇ ਵਿੱਚ ਵੀ ਲਿਖਿਆ ਹੈ ਜਪਜੀ ਤੇ ਜਾਪ। ਜਿਹੜਾ ਇਹਨਾਂ ਗੁਰਬਾਣੀਆਂ ਦਾ ਜਾਪ ਨਹੀਂ ਜਪਦਾ ਉਹ ਵਿਸ਼ਟਾ ਦਾ ਜੰਤ ਹੈ। ਬਿਨ ਜਪ ਜਾਪ ਜੋ ਜੀਵੈ ਪ੍ਰਸਾਦ ਸੋ ਵਿਸ਼ਟਾ ਕਾ ਜੰਤ ਹੋਏ ਜਨਮ ਗਵਾਵੇ ਬਾਦ। ਪੁਰਾਣੇ ਗੁਰੂ ਕੇ ਸਿੱਖਾਂ ਦੇ ਇਹ ਮਰਿਆਦਾ ਵੀ ਸੀ ਤੇ ਰਹਿਤਨਾਮਿਆਂ ਵਿੱਚ ਵੀ ਸੀ ਕਿ ਜਪਜੀ ਸਾਹਿਬ ਤੇ ਜਾਪ ਸਾਹਿਬ ਦੇ ਨਿਤਨੇਮ ਤੋਂ ਬਿਨਾਂ ਜੇ ਕੋਈ ਸਿੱਖ ਆਪਣੇ ਮੁਖ ਦੇ ਵਿੱਚ ਕੁਝ ਪਾਉਂਦਾ ਏ ਉਹ ਵਿਸ਼ਟਾ ਦਾ ਜੰਤ ਹੈ। ਤੋ ਆਮ ਗੁਰੂ ਕੇ ਪੁਰਾਣਿਆਂ ਸਿੰਘਾਂ ਦੇ ਕੋਲੋਂ ਅਸੀਂ ਸੁਣਦੇ ਰਹੇ ਹਾਂ, ਰਹਿਤਨਾਮਿਆਂ ਵਿੱਚ ਪੜ੍ਹਦੇ ਹਾਂ ਵੀ ਪੰਜਾਂ ਬਾਣੀਆਂ ਦਾ ਨਿਤਨੇਮ ਕਰਕੇ ਤੇ ਮੂੰਹ 'ਚ ਕੁਝ ਪਾਉਣਾ ਹੈ ਤੇ ਘੱਟੋ ਘੱਟ ਜਪਜੀ ਤੇ ਜਾਪ ਸਾਹਿਬ ਦਾ ਪਾਠ ਜ਼ਰੂਰ ਕਰਨਾ ਹੈ। ਉਹ ਗੁਰੂ ਕੇ ਸਿੱਖਾਂ ਦੀ ਸਮਾਨਤਾ ਸੀ। ਅੱਜ ਕੱਲ੍ਹ ਗੁਰੂ ਖਾਲਸਾ ਜੀ ਢੰਡੋਰਾ ਪਿੱਟਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਹੋਰ ਕਿਸੇ ਚੀਜ਼ ਦਾ ਪ੍ਰਕਾਸ਼ ਨਹੀਂ ਹੋ ਸਕਦਾ। ਇਹ ਢੰਡੋਰਾ ਪਿੱਟਦੇ ਨੇ ਤੇ ਮੈਂ ਕਈ ਵਾਰ ਉਹਨਾਂ ਨੂੰ ਵਿਅੰਗ ਨਾਲ ਬਚਨ ਕਹਿਣਾ ਹੈ ਵੀ ਕਿਉਂ ਨਹੀਂ ਹੋ ਸਕਦਾ, ਸਾਰੇ ਪ੍ਰਕਾਸ਼ ਕਰਦੇ ਆ। ਤੇ ਉਹ ਪੁੱਛਦੇ ਆ ਜੀ ਕਾਹਦਾ ਪ੍ਰਕਾਸ਼?
ਆ ਦਾੜੇ ਦਾ ਪ੍ਰਕਾਸ਼। ਦਾੜੇ ਦਾ ਪ੍ਰਕਾਸ਼ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ 'ਚ ਹੀ ਹੁੰਦਾ ਹੈ। ਹਰੇਕ ਸਿੱਖ ਦੇ ਮੁਖ ਤੇ ਦਾੜਾ ਹੈ। ਇਹ ਗੁਰੂ ਖਾਲਸਾ ਜੀ ਐਵੇਂ ਕੁਚੀਲ ਗੱਲਾਂ ਨੇ ਸਿੱਖ ਪੰਥ ਦੀ ਰਹੁ ਰੀਤੀ ਨੂੰ ਗੁਰੂ ਖਾਲਸਾ ਜੀ ਧੋਖਾ ਦੇਣ ਵਾਲੀ ਗੱਲ ਕਹਿ ਲਓ ਜਾਂ ਮਜ਼ਬੂਤ ਨੀਂਹ ਨੂੰ ਖੋਖਲਾ ਕਰਨ ਦੀ ਗੱਲ ਕਹਿ ਲਓ, ਇਹ ਸਿੱਖਾਂ ਦੇ ਵਿੱਚ ਅੱਜ ਚੱਲਦੀ ਪਈ ਹੈ। ਪੁਰਾਣਾ ਅਸੀਂ ਨਿਤਨੇਮ ਪੜ੍ਹੀਏ, ਜਿੱਥੇ ਜਪਜੀ ਸਾਹਿਬ ਹੈ ਉੱਥੇ ਜਾਪ ਸਾਹਿਬ ਹੈ। ਪੁਰਾਣੇ ਗੁਟਕੇ ਸਾਹਿਬਾਂ ਵਿੱਚ 10 ਗ੍ਰੰਥੀਆਂ ਦੇ ਵਿੱਚ ਨਿਤਨੇਮ ਦੀਆਂ ਪੋਥੀਆਂ ਦੇ ਵਿੱਚ ਭਾਵੇਂ ਛਾਪੇ ਦੀਆਂ ਜਿਲਦਾਂ ਨੇ ਤੇ ਭਾਵੇਂ ਹੱਥ ਲਿਖਤ ਜਿਲਦਾਂ ਨੇ, ਉਹਨਾਂ ਦੇ ਵਿੱਚ ਇੱਕੇ ਥਾਂ ਦੇ ਉੱਪਰ ਦੋਨੋਂ ਬਾਣੀਆਂ ਦਾ ਪ੍ਰਕਾਸ਼ ਹੈ। ਜੇ ਅੰਮ੍ਰਿਤ ਦੀ ਗੱਲ ਕਰੀਏ ਤੇ 3 ਬਾਣੀਆਂ 10ਵੇਂ ਪਾਤਸ਼ਾਹ ਜੀ ਦੀਆਂ ਤੇ 2 ਬਾਣੀਆਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ। 5 ਬਾਣੀਆਂ ਦਾ ਅੰਮ੍ਰਿਤ ਤਿਆਰ ਕਰਕੇ ਹਰੇਕ ਸਿੱਖ ਛਕਦਾ ਤੇ ਛਕਣ ਦੀ ਪ੍ਰੇਰਨਾ ਦਿੰਦਾ ਹੈ। ਗੁਰੂ ਖਾਲਸਾ ਜੀ ਬਾਣੀ ਦੇ ਵਿੱਚ ਲਿਖਿਆ ਹੈ, ਆਦਿ ਗੁਰਬਾਣੀ ਦੇ ਵਿੱਚ, ਬਾਣੀ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹਿ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਵਾਹੋ ਵਾਹੋ ਗੁਰਬਾਣੀ ਨਿਰੰਕਾਰ ਹੈ, ਤਿਸ ਜੇਵੜ ਅਵਰ ਨਾ ਕੋਏ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅਨੇਕਾਂ ਤੁਕਾਂ ਮਿਲਦੀਆਂ ਨੇ, ਜਿਨ੍ਹਾਂ ਵਿੱਚ ਸੱਚੇ ਪਾਤਸ਼ਾਹ ਜੀ ਨੇ ਆਪਣੇ ਮੁਖ ਤੋਂ ਕਿਹਾ ਹੈ ਵੀ ਗੁਰਬਾਣੀ ਗੁਰੂ ਹੈ। ਗੁਰੂ ਖਾਲਸਾ ਜੀ ਗੁਰਬਾਣੀ ਸਿੱਖ ਦਾ ਇਸ਼ਟ ਹੈ, ਸਿੱਖ ਦਾ ਗੁਰੂ ਹੈ, ਸਿੱਖ ਇਹਨੂੰ ਸਿਜਦਾ ਕਰਦਾ ਹੈ, ਮੱਥਾ ਟੇਕਦਾ ਹੈ। ਗੁਰਬਾਣੀ ਕੀ ਹੈ? ਜੋ ਗੁਰੂ ਦੇ ਮੁਖ ਦੇ ਵਿੱਚੋਂ ਬੋਲ ਨਿਕਲਿਆ ਉਹਨੂੰ ਗੁਰਬਾਣੀ ਕਹਿੰਦੇ ਨੇ। ਗੁਰੂ ਨਾਨਕ ਸਾਹਿਬ ਜੀ ਦੇ ਮੁਖ ਦੇ ਵਿੱਚੋਂ ਜਪਜੀ ਸਾਹਿਬ ਨਿਕਲਿਆ, ਸਿੱਖ ਕਹਿੰਦੇ ਗੁਰਬਾਣੀ ਹੈ। ਜਿੱਥੇ ਜਪਜੀ ਸਾਹਿਬ ਦੀ ਤੁਕ ਲਿਖੀ ਹੋਵੇ ਸਿੱਖ ਦਾ ਸਿਰ ਝੁਕਦਾ ਹੈ ਵੀ ਇਹ ਗੁਰੂ ਦੀ ਗੁਰਬਾਣੀ ਹੈ। ਜਪਜੀ ਸਾਹਿਬ ਦਾ ਗੁਟਕਾ ਹੋਵੇ ਉੱਚੇ ਥਾਵਾਂ ਤੇ ਰੱਖੀਦਾ ਹੈ, ਸਿੱਖ ਪੜ੍ਹਦਾ ਵੀ ਹੈ ਤੇ ਬੜੇ ਸਤਿਕਾਰ ਦੇ ਨਾਲ। ਇਹ ਗੁਰਬਾਣੀ ਹੈ, ਸਾਡਾ ਗੁਰੂ ਹੈ। ਗੁਰੂ ਖਾਲਸਾ ਜੀ 5ਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੇ ਮੁਖ ਦੇ ਵਿੱਚੋਂ ਸੁਖਮਨੀ ਸਾਹਿਬ ਜੀ ਦਾ ਪਾਠ ਨਿਕਲਿਆ। ਸਿੱਖ ਪੜ੍ਹਦੇ ਨੇ ਜੀ ਇਹ ਗੁਰਬਾਣੀ ਹੈ, ਪਿੰਡਾਂ ਵਿੱਚ ਪਾਠ ਹੁੰਦਾ ਹੈ। 3ਜੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਦੇ ਮੁਖ ਵਿੱਚੋਂ ਆਨੰਦ ਸਾਹਿਬ ਨਿਕਲਿਆ ਹੈ। 4ਥੇ ਪਾਤਸ਼ਾਹ ਦੇ ਮੁਖ ਵਿੱਚੋਂ ਲਾਵਾਂ ਨਿਕਲੀਆਂ ਨੇ। ਸਤਿਕਾਰ ਦਿੰਨੇ ਹੈ ਸਾਰੇ, ਕਿਉਂਕਿ ਇਹ ਗੁਰੂ ਦੇ ਮੁਖ ਵਿੱਚੋਂ ਨਿਕਲੀ ਹੈ। ਤੇ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਮੁਖ ਦੇ ਵਿੱਚੋਂ ਜਾਪ ਸਾਹਿਬ ਨਿਕਲਿਆ ਹੈ। ਜੇ ਜਪਜੀ ਸਾਹਿਬ, ਆਨੰਦ ਸਾਹਿਬ, ਲਾਵਾਂ, ਸੁਖਮਨੀ ਸਾਹਿਬ ਇਤਿਆਦਿ ਗੁਰਬਾਣੀ ਦਾ ਪ੍ਰਕਾਸ਼ ਇੱਕ ਥਾਂ ਤੇ ਕਰਦੇ ਹਾਂ, ਜਾਪ ਸਾਹਿਬ ਨੂੰ ਅੱਡ ਰੱਖਦੇ ਹਾਂ, ਫਿਰ ਅਸੀਂ ਜਾਪ ਸਾਹਿਬ ਨੂੰ ਗੁਰਬਾਣੀ ਨਹੀਂ ਮੰਨਦੇ ਤੇ ਕੀ ਆਪਾਂ 10ਵੇਂ ਪਾਤਸ਼ਾਹ ਨੂੰ ਗੁਰੂ ਨਹੀਂ ਮੰਨਦੇ? ਜੇ ਗੁਰੂ ਨਾਨਕ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਜਪਜੀ ਸਾਹਿਬ ਗੁਰੂ ਹੈ, ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਸੁਖਮਨੀ ਸਾਹਿਬ ਗੁਰੂ ਹੈ, ਤੇ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦਾ ਉਚਾਰਨ ਕੀਤਾ ਹੋਇਆ ਜਾਪ ਸਾਹਿਬ ਵੀ ਗੁਰੂ ਹੈ। ਜਿਹੜੇ ਜਾਪ ਸਾਹਿਬ ਨੂੰ ਗੁਰਬਾਣੀ ਨਹੀਂ ਮੰਨਦੇ ਉਹ ਕਲਗੀਧਰ ਪਾਤਸ਼ਾਹ ਨੂੰ ਗੁਰੂ ਹੀ ਨਹੀਂ ਮੰਨਦੇ, ਉਹ ਕਲਗੀਧਰ ਜੀ ਦੇ ਸਿੱਖ ਨਹੀਂ। ਜਾਂ ਤੇ ਉਹ ਇਹ ਗੱਲ ਕਹਿਣ ਵੀ ਅਸੀਂ ਗੁਰੂ ਨਾਨਕ ਦੇ ਸਿੱਖ ਹਾਂ, ਗੁਰੂ ਅਰਜਨ ਦੇਵ ਦੇ ਸਿੱਖ ਹਾਂ, 10ਵੇਂ ਪਾਤਸ਼ਾਹ ਦੇ ਨਾਲ ਸਾਡਾ ਲੈਣਾ ਦੇਣਾ ਕੋਈ ਨਹੀਂ। ਇੱਕ ਪਾਸੇ ਤੇ 10ਵੇਂ ਪਾਤਸ਼ਾਹ ਜੀ ਦੇ ਨਾਮ ਦੇ ਜਕਾਰੇ ਲਾਉਣੇ ਹੈ, ਦੂਜੇ ਪਾਸੇ 10ਵੇਂ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਨੂੰ ਨਹੀਂ ਮੰਨਦੇ। ਗੁਰੂ ਖਾਲਸਾ ਜੀ ਅੱਜ ਕੱਲ੍ਹ ਆਮ ਗੱਲਾਂ ਲੋਕਾਂ ਦੇ ਵਿੱਚ ਫੈਲਾਈਆਂ ਜਾਂਦੀਆਂ ਨੇ ਵੀ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀ ਗੁਰਬਾਣੀ ਅੰਗਰੇਜ਼ਾਂ ਦੇ ਵੇਲੇ ਆਈ। ਸਾਡੇ ਕੋਲ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਦੇ ਸਰੂਪ ਨੇ, ਜਿਹੜੇ ਭਾਈ ਮਨੀ ਸਿੰਘ ਜੀ ਦੇ ਲਿਖੇ ਨੇ, ਜਿਹੜੇ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਅਨੰਨ ਸਿੱਖ ਬਾਬਾ ਦੀਪ ਸਿੰਘ ਜੀ ਦੇ ਲਿਖੇ ਨੇ। ਬਾਬਾ ਸੁੱਖਾ ਸਿੰਘ ਜੀ, ਪਿਆਰੇ ਭਾਈ ਦਇਆ ਸਿੰਘ ਜੀ, ਬਾਬਾ ਗੁਰਬਖਸ਼ ਸਿੰਘ ਜੀ, ਉਹਨਾਂ ਦੇ ਵੇਲੇ ਦੇ ਸਰੂਪ ਨੇ। ਭਾਵੇਂ ਸੰਨਾਂ ਦੇ ਆਧਾਰ ਤੇ ਕੋਈ ਉਹਨਾਂ ਨੂੰ ਚੈੱਕ ਕਰ ਲਵੇ, ਭਾਵੇਂ ਕਾਗਜ਼ ਦੇ ਆਧਾਰ ਤੇ ਉਹਨਾਂ ਨੂੰ ਕੋਈ ਚੈੱਕ ਕਰ ਲਵੇ, ਭਾਵੇਂ ਸਿਆਹੀ ਦੇ ਆਧਾਰ ਤੇ ਉਹਨਾਂ ਨੂੰ ਕੋਈ ਚੈੱਕ ਕਰ ਲਵੇ, 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੇ ਵੇਲੇ ਦੇ ਉਹ ਸਰੂਪ ਸਿੱਧ ਹੁੰਦੇ ਨੇ। ਉਹਨਾਂ ਵਿੱਚ ਗੁਰੂ ਖਾਲਸਾ ਜੀ ਜਾਪ ਸਾਹਿਬ ਦਾ ਪਾਠ ਵੀ ਲਿਖਿਆ ਜੇ, ਉਹਦੇ ਵਿੱਚ ਅਕਾਲ ਉਸਤਤ ਵੀ ਲਿਖੀ ਜੇ, ਉਹਦੇ ਵਿੱਚ ਚੰਡੀ ਦੇ ਚਰਿੱਤਰ ਵੀ ਲਿਖੇ ਜੇ, ਉਹਦੇ ਵਿੱਚ ਬਚਿੱਤਰ ਨਾਟਕ ਵੀ ਲਿਖਿਆ ਜੇ, ਉਹਦੇ ਵਿੱਚ ਗਿਆਨ ਪ੍ਰਬੋਧ ਵੀ ਜੇ, ਉਹਦੇ ਵਿੱਚ ਅਵਤਾਰਾਂ ਦੀ ਕਥਾ ਵੀ ਜੇ, ਉਹਦੇ ਵਿੱਚ ਚਰਿੱਤਰੋਪਖਿਆਨ ਵੀ ਜੇ। ਅੱਜ ਕੱਲ੍ਹ ਚਰਿੱਤਰੋਪਖਿਆਨ ਤੇ ਬੜਾ ਰੌਲਾ ਪਾਉਂਦੇ ਨੇ, ਉਹਦੇ ਵਿੱਚ ਜ਼ਫਰਨਾਮੇ ਦਾ ਪਾਠ ਵੀ ਜੇ। ਕਈ ਸਰੂਪ ਗੁਰੂ ਖਾਲਸਾ ਜੀ ਇਹੋ ਜਿਹੇ ਦੇਖੇ
ਆਦਿ ਤੇ ਦਸਮ ਦੀ ਇੱਕੋ ਹੀ ਜਿਲਦ ਹੈ। ਐਸੇ ਸਰੂਪ ਵੀ ਨੇ। ਨਾਮਧਾਰੀਆਂ ਦੇ ਕੋਲ, ਨਾਮਧਾਰੀ ਸਿੱਖ ਸੰਗਤ ਦੇ ਕੋਲ ਭੈਣੀ ਸਾਹਿਬ ਵਿਖੇ ਦਸਵੇਂ ਪਾਤਸ਼ਾਹ ਜੀ ਤੇ ਆਦਿ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਾਵਨ ਦੁਰਲਭ ਬੀੜਾਂ ਨੇ। ਉਹਦੇ ਵਿੱਚ ਪੁਰਾਣੀਆਂ ਬੀੜਾਂ ਨੇ, ਕਾਗਜ਼ ਸਿਆਹੀ ਦੇਖ ਲਓ। ਤਰਨਾ ਦਲ ਮਿਸਲ ਸ਼ਹੀਦਾਂ ਦੇ ਵਿੱਚ ਵੀ ਪੁਰਾਤਨ ਬੀੜਾਂ ਦਾ ਭਾਰੀ ਖਜ਼ਾਨਾ ਹੈ। ਸੰਤ ਜੀ, ਸੰਤ ਦਰਸ਼ਨ ਸਿੰਘ ਜੀ ਬਨਾਰਸ ਤੋਂ ਬੈਠੇ ਨੇ। ਨਿਰਮਲ ਭੇਖ ਦੇ ਵਿੱਚ ਵੀ ਗੁਰੂ ਖਾਲਸਾ ਜੀ ਪੁਰਾਤਨ ਆਦਿ ਦਸਮ ਦੀਆਂ ਗੁਰਬਾਣੀਆਂ ਦਾ ਬੇਅੰਤ ਖਜ਼ਾਨਾ ਹੈ, ਜੋ ਦਸਵੇਂ ਪਾਤਸ਼ਾਹ ਜੀ ਦੀ ਪਾਵਨ ਬਾਣੀ ਕਲਗੀਧਰ ਪਾਤਸ਼ਾਹ ਜੀ ਦੇ ਸਮੇਂ ਤੋਂ ਚਲੀ ਆ ਰਹੀ ਹੈ। ਸਿੱਖ ਪੜ੍ਹਦੇ ਆ ਰਹੇ ਨੇ। ਇੱਕ ਹੋਰ ਮੈਂ ਤੁਹਾਨੂੰ ਦੱਸਾਂ, ਸ਼੍ਰੀ ਕੇਸਗੜ੍ਹ ਸਾਹਿਬ ਤਖਤ ਸਾਹਿਬ ਦੇ ਉੱਪਰ ਸਾਰੀਆਂ ਸਿੱਖ ਸੰਗਤਾਂ ਆਪਾਂ ਜਾਂਦੀਆਂ ਏ, ਨਤਮਸਤਕ ਹੁੰਦੇ ਆ ਜਾ ਕੇ। ਉੱਥੇ ਗੁਰੂ ਗੋਬਿੰਦ ਸਿੰਘ ਜੀ ਦੀ ਚਰਿਤਰੋਪਖਿਆਨ ਦੀ ਪੋਥੀ ਜੇ, ਉਹ ਮਹਾਰਾਜ ਨੇ ਤੀਰ ਦੀ ਨੋਕ ਦੇ ਨਾਲ, ਪੁਰਾਣੀ ਇਸ ਤਰੀਕੇ ਦੀ ਲਿਖਾਈ ਹੁੰਦੀ ਸੀ, ਮੋਰ ਦੇ ਪੰਖ ਦੇ ਨਾਲ ਲਿਖਦੇ ਹੁੰਦੇ ਸੀ ਜਾਂ ਤੀਰ ਦੇ ਨੋਕ ਦੇ ਨਾਲ ਲਿਖਦੇ ਹੁੰਦੇ ਸਨ। ਤੇ ਉਹ ਪੜ੍ਹਨਾ ਬੜਾ ਔਖਾ ਹੁੰਦਾ ਸੀ। ਜਿਹੜਾ ਉਹ ਲਿਖਣ ਦੀ ਵਿਦਿਆ ਨੂੰ ਜਾਣਦਾ ਸੀ ਉਹ ਹੀ ਪੜ੍ਹ ਪਾਉਂਦਾ ਸੀ। ਤਖਤ ਸਾਹਿਬ ਦੇ ਉੱਪਰ ਚਰਿਤਰੋਪਖਿਆਨ ਦੀ ਪੋਥੀ ਅੱਜ ਵੀ ਸ਼ੋਭਾਯਮਾਨ ਜੇ, ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ। ਹੁਣ ਕਈ ਕਹਿ ਦਿੰਦੇ ਆ ਜੀ ਚਰਿਤਰੋਪਖਿਆਨ ਦੇ ਵਿੱਚ ਮਹਾਰਾਜ ਨੇ ਬੜਾ ਅਸ਼ਲੀਲ ਲਿਖ ਦਿੱਤਾ ਹੈ। ਗੁਰੂ ਖਾਲਸਾ ਜੀ, ਅਸ਼ਲੀਲ ਸਾਡੀ ਬੁੱਧੀ ਹੈ। ਸਾਡੀ ਜਿੱਦਾਂ ਦੀ ਮੱਤ ਹੈ ਉੱਦਾਂ ਦੀ ਸਾਨੂੰ ਗੁਰਬਾਣੀ ਲੱਗਦੀ ਹੈ। ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ, ਪੂਰਨ ਬ੍ਰਹਮ ਗਿਆਨੀ, ਉਹ ਮਹਾਂਪੁਰਖ ਇਹਦੀ ਕਥਾ ਕਰਕੇ ਵੀ ਸੁਣਾਉਂਦੇ ਰਹੇ। ਕੋਈ ਸਿੱਖ ਕਾਮੀ ਬਿਰਤੀ ਦੇ ਨਾਲ ਨਹੀਂ ਸੀ ਇਹਨੂੰ ਦੇਖਦਾ। ਮਹਾਂਪੁਰਖ ਪਹਿਲਾਂ ਕਹਿਣਾ, ਜਿਹੜਾ ਇਹਨੂੰ ਕਾਮੀ ਬਿਰਤੀ ਨਾਲ ਵੇਖੂਗਾ ਉਹ ਕਾਮ ਦੇ ਸਮੁੰਦਰ ਦੇ ਵਿੱਚ ਡੁੱਬ ਜਾਵੇਗਾ। ਜਿਹੜਾ ਇਹਨੂੰ ਸ਼ਰਧਾ ਦੇ ਨਾਲ ਸੁਣੇਗਾ ਉਪਦੇਸ਼ ਰੂਪ ਕਰਕੇ, ਉਹਦੇ ਹਿਰਦੇ ਦੇ ਵਿੱਚੋਂ ਕਾਮ ਮਰ ਜਾਵੇਗਾ। ਪੁਰਾਣੇ ਕਈ ਗੁਰੂ ਕੇ ਸਿੱਖ ਨੇ, ਉਹਨਾਂ ਦਾ ਅਨੁਭਵ ਹੈ, ਉਹਨਾਂ ਨੇ ਸ਼ਰਧਾ ਭਾਵਨਾ ਦੇ ਨਾਲ ਪੜ੍ਹੀ, ਉਹਨਾਂ ਦੇ ਹਿਰਦੇ 'ਚੋਂ ਕਾਮ ਉੱਡ ਗਿਆ। ਐਸੀ ਗੁਰੂ ਦੀ ਕਿਰਪਾ ਹੋਈ ਇਹ ਸ਼ਰਧਾਵਾਨਾਂ ਦਾ। ਦੂਜਾ, ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਸੰਸਕ੍ਰਿਤ ਦਾ ਇੱਕ ਚਿਤਰੌਤਕ ਗ੍ਰੰਥ ਮੈਂ ਪੁਰਾਤਨ ਮਹਾਂਪੁਰਖਾਂ ਤੋਂ ਸੁਣਿਆ ਹੈ, ਉਹਦਾ ਮਹਾਰਾਜ ਸਾਹਿਬ ਜੀ ਨੇ ਸੁਤੰਤਰ ਅਨੁਵਾਦ ਕੀਤਾ ਹੈ। ਕੁਝ ਤੇ ਜੋ ਸਾਖੀਆਂ ਉਹਦੇ ਵਿੱਚ ਸਨ ਉਹੀ ਲਿਖੀਆਂ ਨੇ, ਕੁਝ ਮਹਾਰਾਜ ਸਾਹਿਬ ਜੀ ਨੇ ਆਲੇ ਦੁਆਲੇ ਦੇ ਜੋ ਸੁਣੇ ਕਿੱਸੇ ਉਹ ਮਹਾਰਾਜ ਸਾਹਿਬ ਜੀ ਨੇ ਉਹਦੇ ਵਿੱਚ ਦਰਜ ਕੀਤੇ ਨੇ। ਦੇਖੋ, ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਨੇ ਚਰਿਤਰੋਪਖਿਆਨ ਦੇ ਸ਼ੁਰੂ ਵਿੱਚ ਲਿਖਿਆ, ਸੁਧ ਜਬ ਹਮ ਧਰੀ ਬਚਨ ਗੁਰ ਦਏ ਹਮਾਰੇ, ਪੂਤ ਇਹ ਪ੍ਰਣ ਤੋਹੇ ਪ੍ਰਾਣ ਜਬ ਲਗ ਘਟ ਥਾਰੇ, ਨਿਜ ਨਾਰੀ ਕੈ ਸੰਗ ਨੇਹੋ ਤੁਮ ਨਿਤ ਬੜਈਓ, ਪਰ ਨਾਰੀ ਕੀ ਸੇਜ ਭੂਲ ਸੁਪਨੇ ਹੋਣਾ ਜਾਈਓ। ਹੇ ਪੁੱਤਰ, ਮੈਂ ਤੈਨੂੰ ਸਿੱਖਿਆ ਦਿੰਦਾ ਹੈ, ਆਪਣੀ ਔਰਤ ਦੇ ਨਾਲ ਏਕਾ ਨਾਰੀ ਜਤੀ ਹੋਏ, ਪਰ ਨਾਰੀ ਧੀ ਭੈਣ ਵਿਖਾਣੇ, ਜੋ ਸਿੱਖਾਂ ਦੀ ਸੁਪਰੀਮ ਮਰਿਆਦਾ ਹੈ। ਸਿੱਖ ਦਾ ਕਰੈਕਟਰ ਪੁੱਛਣਾ ਹੋਵੇ ਕੀ ਹੈ ਗ੍ਰਸਤੀ ਸਿੱਖ ਦਾ ਕਰੈਕਟਰ, ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਿਖਾਣੇ। ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰਦੇਵ ਪਾਤਸ਼ਾਹ ਜੀ ਨੇ ਕਲਗੀਧਰ ਨੂੰ ਸਿੱਖਿਆ ਦਿੱਤੀ, ਏਕਾ ਨਾਰੀ ਜਤੀ ਹੋ ਕੇ ਰਹਿਣਾ ਹੈ। ਪਰਾਈ ਇਸਤਰੀਆਂ ਨੂੰ ਜੇ ਵੱਡੀਆਂ ਨੇ ਮਾਵਾਂ ਕਰਕੇ, ਬਰਾਬਰ ਦੀਆਂ ਨੇ ਭੈਣਾਂ ਕਰਕੇ, ਛੋਟੀਆਂ ਨੇ ਤੇ ਧੀਆਂ ਕਰਕੇ ਜਾਣਨਾ ਹੈ, ਬੁਰੀ ਅੱਖ ਦੇ ਨਾਲ ਨਹੀਂ ਦੇਖਣਾ। ਕਲਗੀਧਰ ਪਾਤਸ਼ਾਹ ਜੀ ਕਹਿੰਦੇ, ਸਾਡੇ ਪਿਤਾ ਨੇ ਸਾਨੂੰ ਇਹ ਸਿੱਖਿਆ ਦਿੱਤੀ, ਜਦੋਂ ਅਸਾਂ ਨੇ ਕੋਈ ਬਾਲਪੁਣੇ ਦੇ ਵਿੱਚ ਉੱਭਰੇ, ਕੋਈ ਸੁੱਧ ਧਰੀ 9 ਸਾਲ ਦੀ ਆਜੂ ਵਿੱਚ ਹੀ ਗੋਦ ਵਿੱਚ ਬਿਠਾ ਕੇ। ਪੁਰਾਣੀ ਇਹ ਮਰਿਆਦਾ ਹੁੰਦੀ ਸੀ ਪਿੰਡਾਂ ਦੇ ਵਿੱਚ, ਖੇਤਾਂ ਦੇ ਵਿੱਚ ਕੰਮ ਕਰਦੇ ਹੁੰਦੇ ਸਨ ਪਿਓ ਦੇ ਨਾਲ ਪੁੱਤ, ਤੇ ਪਿਓ ਨੇ ਸਿੱਖਿਆ ਦਿੰਦੇ ਰਹਿਣਾ ਪੁੱਤ ਨੂੰ, ਮਾਵਾਂ ਨੇ ਧੀਆਂ ਨੂੰ ਸਿੱਖਿਆ ਦੇਣੀ। ਪਰਦਾ ਹੁੰਦਾ ਸੀ, ਮਾਂ ਤੇ ਧੀ ਦਾ ਇੱਕ ਪਰਦਾ ਸੀ, ਪਿਓ ਤੇ ਪੁੱਤ ਦਾ ਇੱਕ ਪਰਦਾ ਸੀ, ਗੁਰੂ ਤੇ ਚੇਲੇ ਦਾ ਇੱਕ ਪਰਦਾ ਸੀ। ਸ਼ਰਮ ਹੁੰਦੀ ਸੀ, ਹਯਾ ਹੁੰਦੀ ਸੀ। ਅੱਜ ਸਾਡੇ ਵਿੱਚੋਂ ਸ਼ਰਮ ਉੱਡ ਗਈ, ਨਾਲ ਸਾਡੇ ਵਿੱਚੋਂ ਸਿੱਖਿਆ ਉੱਡ ਗਈ ਹੈ। ਟੀਵੀ ਲੱਗੇ ਨੇ ਘਰਾਂ ਦੇ ਵਿੱਚ, ਜਿਹੜੇ ਕਹਿੰਦੇ ਆ ਜੀ ਚਰਿਤਰੋਪਖਿਆਨ ਦੀ ਕਥਾ ਨਹੀਂ ਹੋ ਸਕਦੀ। ਟੀਵੀਆਂ ਦੇ ਵਿੱਚ ਕੀ ਕੰਜਰ ਕੜੀ ਘੋਲਦੇ ਨੇ, ਉੱਥੇ ਹੀ ਮਾਂ ਬੈਠੀ ਹੁੰਦੀ, ਉੱਥੇ ਹੀ ਧੀ ਬੈਠੀ ਹੁੰਦੀ, ਉੱਥੇ ਹੀ ਨਹੁੰ ਬੈਠੀ ਹੁੰਦੀ ਹੈ, ਉੱਥੇ ਹੀ ਸਹੁਰਾ ਬੈਠਾ ਹੁੰਦਾ ਏ। ਉਹ ਸਾਰਾ ਕੁਝ ਜੇ ਘਰਾਂ 'ਚ ਦੇਖਿਆ ਜਾ ਸਕਦਾ ਏ, ਤੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀ ਜੋ ਪਾਵਨ ਬਾਣੀ ਦੀ ਸਿੱਖਿਆ ਏ, ਉਹ ਘਰਾਂ 'ਚ ਬਹਿ ਕੇ ਨਹੀਂ ਵਿਚਾਰੀ ਜਾ ਸਕਦੀ। ਆਮ
ਰਸੋਈਆਂ ਦੇ ਵਿੱਚ ਟੀਵੀ ਲੱਗੇ ਨੇ, ਬੈੱਡਰੂਮਾਂ 'ਚ ਟੀਵੀ ਲੱਗੇ ਨੇ, ਘਰਾਂ ਦੇ ਵਿੱਚ ਲੋਬੀਆਂ ਬਣੀਆਂ ਉੱਥੇ ਟੀਵੀ ਲੱਗੇ ਨੇ, ਸਾਰੇ ਇਕੱਠੇ ਹੋ ਕੇ ਵੇਖਦੇ ਨੇ। ਕੋਈ ਕਿਸੇ ਨੂੰ ਸ਼ਰਮ ਨਹੀਂ, ਕੋਈ ਹਯਾ ਨਹੀਂ। ਪੁਰਾਣੇ ਸਮੇਂ ਵਿੱਚ ਮਾਵਾਂ ਨੇ ਧੀਆਂ ਨੂੰ ਸਿੱਖਿਆ ਦੇਣੀ, ਪਿਓਾਂ ਨੇ ਪੁੱਤਾਂ ਨੂੰ ਸਿੱਖਿਆ ਦੇਣੀ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਿੱਖਿਆ ਦਿੱਤੀ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਤਾਈਂ, ਤੇ ਮਹਾਰਾਜ ਨੇ ਖਾਲਸੇ ਨੂੰ ਆਪਣਾ ਪੁੱਤ ਵੀ ਲਿਖਿਆ ਹੈ। ਸਰਬਲੋ ਪ੍ਰਕਾਸ਼ ਵਿੱਚ ਮਹਾਰਾਜ ਕਹਿੰਦੇ, ਦੁਨੀਆ ਦੇ ਲੋਗੋ ਮੇਰੇ 5 ਪੁੱਤ ਨੇ। ਕਿਸੇ ਨੇ ਹੱਥ ਜੋੜ ਕੇ ਪੁੱਛਿਆ, ਮਹਾਰਾਜ ਤੁਹਾਡੇ ਕਿਵੇਂ 5 ਪੁੱਤ ਨੇ? ਮਹਾਰਾਜ ਕਹਿੰਦੇ, ਸ਼੍ਰੀ ਅਜੀਤ ਸਿੰਘ, ਜੁਝਾਰ ਸਿੰਘ, ਜੋਰਾਵਰ ਸਿੰਘ, ਫਤਿਹ ਸਿੰਘ ਪਰੇ, ਪੰਚਮ ਖਾਲਸਾ ਸਤਿਗੁਰ ਪੂਰਾ, ਜਿਨੇ ਪੰਥ ਸੋ ਪੰਥ ਪ੍ਰਗਟਾਏ। ਕਹਿੰਦੇ 4 ਤੇ ਮੇਰੇ ਇਹ ਨੇ ਤੇ 5ਵਾਂ ਮੇਰਾ ਖਾਲਸਾ ਜੀ। ਮਹਾਰਾਜ ਨੇ ਖਾਲਸੇ ਨੂੰ ਵੀ ਆਪਣਾ ਪੁੱਤ ਬਣਾਇਆ। ਮਹਾਰਾਜ ਕਹਿੰਦੇ ਮੈਂ ਖਾਲਸੇ ਨੂੰ ਸਿੱਖਿਆ ਦਿੰਦਾ ਹੈ। ਮਹਾਰਾਜ ਨੇ ਕਿਹਾ ਖਾਲਸੇ ਨੂੰ ਵੀ ਆਪਾਂ ਇਹ ਕੰਮ ਤੋਂ ਬਚ ਕੇ ਰਹਿਣਾ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਸੁਚੱਜੀ, ਕੁਚੱਜੀ ਤੇ ਗੁਣਵੰਤੀ ਤਿੰਨਾਂ ਇਸਤਰੀਆਂ ਦਾ ਵਰਣਨ ਆਉਂਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੀ ਬਾਣੀ ਦੀ ਮੈਂ ਸੰਥਿਆ ਕਰਾ ਰਿਹਾ ਸਾਂ ਸਿੰਘਾਂ ਨੂੰ। ਇਹਦੇ ਵਿੱਚ ਮੈਂ ਇੱਕ ਜ਼ਿਕਰ ਪੜ੍ਹਿਆ, ਇਹ 5ਵੀਂ ਵਾਰ ਦੇ ਵਿੱਚ 16ਵੀਂ ਪੌੜੀ ਜੇ। ਪੇਵਕਟ ਹੈ ਘਰ ਲਾਡਲੀ, ਮਾਊ ਪੀਓ ਖਰੀ ਪਿਆਰੀ, ਵਿੱਚ ਭਰਾਵਾਂ ਭੈਣੜੀ, ਨਾਨਕ ਦਾਦਕ ਸਭ ਪਰਿਵਾਰੀ, ਲੱਖਾਂ ਖਰਚ ਵਿਆਹੀ ਹੈ, ਗਹਿਣੇ ਦਾਜ ਸਾਜਿਅਤ ਭਾਰੀ, ਸਾਹੁਰੜੈ ਘਰ ਮੰਨੀ ਹੈ, ਸਨਖਤੀ ਪਰਿਵਾਰ ਸੁਧਾਰੀ, ਸੁਖ ਮਾਣੈ ਪਿਰ ਸੇਜੜੀ, 36 ਭੋਜਨ ਸਦਾ ਸਿਗਾਰੀ, ਲੋਕ ਵੇਦ ਗੁਣ ਗਿਆਨ ਵਿੱਚ, ਅਰਧ ਸਰੀਰੀ ਮੋਖ ਦਵਾਰੀ, ਗੁਰਮੁਖ ਸੁਖ ਪਲ ਨਿਹਚੋ ਨਾਰੀ। ਇਹ ਮਹਾਰਾਜ ਸਾਹਿਬ ਜੀ ਨੇ ਆਮ ਸੁਹਾਗਣ ਇਸਤਰੀ ਦਾ ਕਰੈਕਟਰ ਦੱਸਿਆ ਹੈ। ਭਾਈ ਗੁਰਦਾਸ ਜੀ ਮਹਾਰਾਜ, ਉਹਨਾਂ ਦੇ ਇਹ ਬਚਨ ਨੇ। ਗੁਰੂ ਗ੍ਰੰਥ ਸਾਹਿਬ ਜੀ ਦੀ ਤਰਜਮਾਨੀ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਸੁਚੱਜੀ, ਕੁਚੱਜੀ ਤੇ ਗੁਣਵੰਤੀ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਇਹ ਤਰਜਮਾਨੀ ਕੀਤੀ ਹੈ। ਉਹ ਕਹਿੰਦੇ ਵੀ ਪੇਕਿਆਂ ਦੇ ਘਰ ਦੇ ਵਿੱਚ ਜਿਹੜੀ ਧੀ ਹੁੰਦੀ ਹੈ ਨਾ, ਲਾਡਲੀ ਹੁੰਦੀ ਹੈ, ਤੇ ਮਾਪਿਆਂ ਦੀ ਖਰੀ ਪਿਆਰੀ ਬੜੀ ਪਿਆਰੀ ਹੁੰਦੀ ਹੈ। ਮਾਪੇ ਬੜੇ ਪਿਆਰ ਕਰਦੇ ਨੇ। ਵਿੱਚ ਭਰਾਵਾਂ ਭੈਣੜੀ, ਭਰਾਵਾਂ ਦੇ ਵਿੱਚ ਬਹਿੰਦੀ ਹੈ, ਤੇ ਭੈਣ ਹੁੰਦੀ ਹੈ। ਭਰਾ ਆਪਣੀ ਭੈਣ ਨੂੰ ਲਾਡ ਲਡਾਉਂਦੇ ਨੇ, ਛੋਟੀ ਹੋਵੇ ਵੱਡੀ ਭੈਣ ਹੋਵੇ ਤੇ ਉਹਦੇ ਉਂਗਲ ਦੇ ਨਾਲ ਲੱਗ ਕੇ ਤੇ ਤੁਰਦੇ ਨੇ, ਜਾਂਦੇ ਨੇ, ਚੱਲਣਾ ਸਿੱਖਦੇ ਨੇ, ਬਹਿਣਾ ਸਿੱਖਦੇ ਨੇ। ਨਾਨਕ ਦਾਦਕ ਸਾ ਪਰਿਵਾਰੀ, ਨਾਨਕਿਆਂ ਦੇ ਵਿੱਚ ਤੇ ਦਾਦਕਿਆਂ ਦੇ ਵਿੱਚ ਜਿਹੜੀ ਧੀ ਹੁੰਦੀ ਹੈ ਨਾ, ਉਹ ਬੜਾ ਮਾਣ ਪਾਉਂਦੀ ਹੈ। ਦਾਦਕੇ ਵੀ ਪਿਆਰ ਕਰਦੇ ਨੇ, ਨਾਨਕੇ ਵੀ ਪਿਆਰ ਕਰਦੇ ਨੇ। ਲੱਖਾਂ ਖਰਚ ਵਿਆਹੀ ਹੈ। ਜਦੋਂ ਵਿਆਹ ਕਰਨਾ ਪੈਂਦਾ ਤੇ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਲੱਖਾਂ ਦਾ ਖਰਚ ਲੱਗਦਾ ਏ। ਗਹਿਣੇ ਦਾਜ ਸਾਜਿਅਤ ਭਾਰੀ, ਸਾਹੁਰੜੈ ਘਰ ਮੰਨੀ ਹੈ, ਸਨਖਤੀ ਪਰਿਵਾਰ ਸੁਧਾਰੀ। ਸਹੁਰਿਆਂ ਦੇ ਘਰ ਵਿੱਚ ਜਾਂਦੀ ਹੈ ਤੇ ਉਹ ਕਹਿਣਾ ਮੰਨਦੀ ਹੈ, ਸੱਸ ਸਹੁਰੇ ਦਾ ਸਤਿਕਾਰ ਕਰਦੀ ਹੈ, ਪਤੀ ਨੂੰ ਪਰਮੇਸ਼ਰ ਕਰਕੇ ਜਾਣਦੀ ਹੈ, ਸਾਰਿਆਂ ਨੂੰ ਜਿਉਂ ਆਇਆ ਕਹਿੰਦੀ ਹੈ। ਬਾਬਾ ਕੀਰਤਨ ਸਿੰਘ ਜੀ ਮਿਸਲ ਸ਼ਹੀਦਾਂ ਤਰਨਾ ਦਲ ਦੇ 13ਵੇਂ ਜਥੇਦਾਰ ਹੋਏ ਨੇ। ਉਹਨਾਂ ਮਹਾਂਪੁਰਖਾਂ ਦੇ ਕੋਲ ਜਦੋਂ ਕਿਸੇ ਧੀ ਨੇ ਆਉਣਾ ਨਾ, ਤੇ ਉਹ ਧੀ ਸਮਝਦੇ ਹੁੰਦੇ ਸਨ। ਉਹਨਾਂ ਨੇ ਬਾਹੋਂ ਫੜ ਲੈਣਾ ਤੇ ਕਹਿਣਾ ਤੇਰਾ ਵਿਆਹ ਹੋਣਾ ਹੈ ਨਾ, ਤੇ ਤੂੰ ਸਹੁਰਿਆਂ ਦੇ ਘਰ ਜਾ ਕੇ ਮਾਨ ਪਾਉਣਾ ਚਾਹੁੰਦੀ ਹੈ? ਤੇ ਉਹਨੇ ਕਹਿਣਾ ਮਹਾਂਪੁਰਖੋ ਮੈਂ ਚਾਹੁੰਦੀ ਹਾਂ, ਮੈਂ ਕੁੱਟ ਕਿਉਂ ਖਾਣੀ ਸਹੁਰਿਆਂ ਦੇ ਘਰ ਜਾ ਕੇ? ਤੇ ਬਾਬਾ ਜੀ ਨੇ ਕਹਿਣਾ 3 ਗੱਲਾਂ ਮੇਰੀਆਂ ਪੱਲੇ ਬੰਨ੍ਹ ਲਾ। ਉਹਨਾਂ ਨੇ ਕਹਿਣਾ ਆਓ ਬੈਠ ਪੀਓ ਜੀ ਪਾਣੀ, 3 ਗੱਲਾਂ ਬੋਲਣਾ ਆਣੀ। ਆਓ ਜੀ ਬੈਠੋ ਜੀ ਪਾਣੀ ਪੀਓ ਜੀ, ਇਹਨਾਂ 3 ਗੱਲਾਂ ਦਾ ਕੋਈ ਮੁੱਲ ਨਹੀਂ ਜੇ ਲੱਗਦਾ। ਬਾਬਾ ਜੀ ਨੇ ਕਹਿਣਾ ਬਸ 3 ਗੱਲਾਂ ਮੂੰਹ ਤੇ ਚੜਾ ਲਾ ਤੇ ਤੇਰਾ ਮੁੱਖ ਉਜਲਾ ਹੋਵੇਗਾ। ਸਨਖਤੀ ਦਾ ਅਰਥ ਹੁੰਦਾ ਮੁੱਖ ਉਜਲਾ। ਪਰਿਵਾਰ ਸੁਧਾਰੀ, ਸੁਖ ਮਾਣਿਆ ਪਿਰ ਸੇਜੜੀ, 36 ਭੋਜਨ ਸਦਾ ਸਿਗਾਰੀ, ਲੋਕ ਵੇਦ ਗੁਣ ਗਿਆਨ ਵਿੱਚ, ਅਰਧ ਸਰੀਰੀ ਮੋਖ ਦੁਆਰੀ। ਉਹ ਕਹਿੰਦੇ ਆ ਵੀ ਜਿਹੜੀ ਇਹੋ ਜੀ ਔਰਤ ਹੈ ਨਾ, ਉਹ ਲੋਕਾਚਾਰ, ਫਿਰ ਵੇਦਾਚਾਰ, ਫਿਰ ਸ਼ੁਭ ਗੁਣ, ਫਿਰ ਗਿਆਨ ਕਰਕੇ ਅਰਧ ਸਰੀਰੀ ਮੈਨੇ ਔਰਤ ਮੁਕਤੀ ਦਾ ਦਰਵਾਜ਼ਾ ਲੱਭ ਲੈਂਦੀ। ਲੋਕਾਚਾਰ, ਵੇਦਾਚਾਰ, ਸ਼ੁਭ ਗੁਣਾ ਤੇ ਗਿਆਨ ਦੀ ਕਮਾਈ ਨੂੰ ਕਰਕੇ। ਗੁਰਮੁਖ ਸੁਖ ਫਲ ਨਿਹਚੋ ਨਾਰੀ, ਕਹਿੰਦੇ ਨੇ ਉਹ ਗੁਰਮੁਖ ਕਹਿ ਲਓ ਜਾਂ ਸੁਖ ਫਲ ਦੀ ਪ੍ਰਾਪਤੀ ਕਰਨ ਵਾਲੀ ਔਰਤ ਕਹਿ ਲਓ, ਜਾਂ ਨਿਹਚੋ ਟਿਕੀ ਹੋਈ ਪਤੀਬ੍ਰਤਾ ਇਸਤਰੀ ਕਹਿ ਲਓ। ਇਹ ਭਾਈ ਗੁਰਦਾਸ ਸਾਹਿਬ ਜੀ ਨੇ
16ਵੀਂ ਪੌੜੀ 5ਵੀਂ ਵਾਰ ਦੇ ਵਿੱਚ ਸੁਹਾਗਣ ਦੇ ਗੁਣ ਦੱਸੇ ਨੇ। ਅੱਗੇ ਕਹਿੰਦੇ ਨੇ ਵੇਸਵਾ, ਜਿਹੜੀ ਗੁਰੂ ਖਾਲਸਾ ਜੀ ਕੁਚੱਜੀ ਹੈ। ਨਾਲ ਹੀ 17ਵੀਂ ਪੌੜੀ ਉਹਦੇ ਵਿੱਚ ਕਹਿੰਦੇ ਨੇ ਜਿਉਂ ਬਹੁ ਮਿੱਤੀ ਵੇਸਵਾ ਸਭ ਕੁਲੱਖਣ ਪਾਪ ਕਮਾਵੈ। ਬਹੁਤੇ ਮਿੱਤਰ ਨੇ। ਵੇਸਿਆ ਕਹਿੰਦੇ ਵੀ ਵੇਸ ਕਰਦੀ ਹੈ, ਵੇਸ ਕਰਕੇ ਤੇ ਲੋਕਾਂ ਨੂੰ ਆਪਣੇ ਪਿੱਛੇ ਲਾਉਂਦੀ ਹੈ। ਕੁਲੱਖਣੀ ਹੈ, ਖੋਟੇ ਲੱਛਣਾਂ ਵਾਲੀ, ਪਾਪ ਕਮਾਉਂਦੀ ਹੈ। ਲੋਕੋਂ ਦੇਸੋਂ ਬਾਹਰੀ ਤਿਉਂ ਪੱਖਾਂ ਨੂੰ ਉਹ ਲੰਘ ਲਾਵੇ। ਉਹ ਗੁਰੂ ਖਾਲਸਾ ਜੀ ਲੋਕੋਂ ਜਿਹੜੇ ਪਿੰਡ ਦੇ ਲੋਕ ਹੁੰਦੇ ਨੇ, ਦੇਸੋਂ ਜਿਹੜੇ ਦੇਸ਼ ਦੇ ਲੋਕ ਹੁੰਦੇ ਨੇ, ਇਸੇ ਤਰ੍ਹਾਂ ਬਾਹਰੀ ਜਿਹੜੇ ਬਾਹਰਲੇ ਲੋਕ ਹੁੰਦੇ ਨੇ ਸਾਕ ਸੰਬੰਧੀ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਇਹੋ ਜੀ ਔਰਤ ਤਿੰਨਾਂ ਨੂੰ ਹੀ ਕਲੰਕ ਲਾ ਜਾਂਦੀ ਜੇ। ਪਿੰਡੋਂ ਕੋਈ ਔਰਤ ਕਿਸੇ ਦੇ ਨਾਲ ਭੱਜ ਜੇ, ਪੇਂਡੂ ਸ਼ਬਦਾਂ 'ਚ ਕਹਾਂ ਵੀ ਕਿਸੇ ਨਾਲ ਨਿਕਲ ਜਾਵੇ ਨਾ, ਸਾਰਾ ਪਿੰਡ ਕਲੰਕੀ ਹੋ ਜਾਂਦਾ ਵੀ ਫਲਾਣੇ ਪਿੰਡੋਂ ਨਿਕਲ ਗਈ ਫਲਾਣੇ ਦੀ ਕੁੜੀ। ਫਿਰ ਦੇਸ਼ ਇਲਾਕਾ ਕਲੰਕੀ ਹੋ ਜਾਂਦਾ ਜੀ, ਫਲਾਣੇ ਇਲਾਕੇ ਦੇ ਵਿੱਚ ਆਹ ਕੰਮ ਹੋ ਗਿਆ। ਫਿਰ ਬਾਹਰ ਸਾਕ ਸੰਬੰਧੀ ਉਹ ਵੀ ਸ਼ਰਮ ਦੇ ਨਾਲ ਉਹਨਾਂ ਦੇ ਮੂੰਹ ਜਿਹੜੇ ਝੁਕ ਜਾਂਦੇ ਜੀ। ਡੁੱਬੀ ਡੋਬੈ ਹੋਰਨਾ ਮੋਹਰਾ ਮਿੱਠਾ ਹੋਏ ਪਚਾਵੇ। ਉਹ ਆਪ ਵੀ ਡੁੱਬ ਜਾਂਦੀ ਤੇ ਹੋਰਨਾਂ ਨੂੰ ਵੀ ਡੋਬ ਦਿੰਦੀ ਜੇ। ਘੰਡਾ ਹੇੜਾ ਮਿਰਗ ਜਿਉਂ ਦੀਪਕ ਹੋਏ ਪਤੰਗ ਜਲਾਵੇ। ਦੁਹੀ ਸਰਾਈ ਜਰਦਰੂ ਪੱਥਰ ਬੇੜੀ ਪੂਰ ਡੁਬਾਵੇ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਇਹੋ ਜੀ ਔਰਤ ਦਾ ਦੋਵਾਂ ਲੋਕਾਂ 'ਚ ਮੂੰਹ ਕਾਲਾ ਹੁੰਦਾ ਜੇ, ਪੀਲਾ ਪੈ ਜਾਂਦਾ ਜੀ। ਜਿਹੜਾ ਸ਼ਰਮਸਾਰ ਹੈ ਉਹਦਾ ਮੂੰਹ ਪੀਲਾ ਪੈ ਜਾਂਦਾ ਜੀ। ਕਹਿੰਦੇ ਜਿਵੇਂ ਪੱਥਰ ਦੀ ਬੇੜੀ ਹੋਵੇ ਨਾ, ਉਹ ਆਪ ਵੀ ਡੁੱਬਦੀ ਹੈ, ਜਿਹੜਾ ਉਹ ਬੇੜੀ ਤੇ ਚੜਿਆ ਹੋਵੇ ਉਹਨੂੰ ਵੀ ਡੋਬ ਦਿੰਦੀ ਹੈ। ਮਨਮੁਖ ਮਨ 8 ਖੰਡ ਹੋਏ ਦੁਸ਼ਟਾ ਸੰਗਤ ਭਰਮ ਭੁਲਾਵੇ। ਵੇਸਵਾ ਪੁੱਤ ਨਿਨਾਓ ਸਦਾਵੇ। ਇਹ ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਪਾਸੇ ਸੁਚੱਜੀ, ਇੱਕ ਪਾਸੇ ਕੁਚੱਜੀ ਦਾ ਕਰੈਕਟਰ ਲਿਖਿਆ ਜੀ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੇ ਖਾਲਸੇ ਨੂੰ ਸਿੱਖਿਆ ਦੇਣ ਲਈ ਕੁਚੱਜੀਆਂ ਦੇ ਕਰੈਕਟਰ ਸੁਣਾਏ। ਮਹਾਰਾਜ ਕਹਿੰਦੇ ਖਾਲਸਾ ਜੀ ਖੌਰਿਆ ਤੁਸੀਂ ਮੇਰੀ ਗੱਲ ਨੂੰ ਮੰਨੋ ਕਿ ਨਾ ਮੰਨੋ, ਮੈਂ ਤੁਹਾਨੂੰ ਕਿੱਸੇ ਸੁਣਾਉਣਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਿੱਸੇ ਸੁਣਾਏ, ਗੱਲਾਂ ਸੁਣਾਈਆਂ। ਫਲਾਣੇ ਦੇਸ਼ ਦੇ ਵਿੱਚ ਫਲਾਨੀ ਔਰਤ ਨੇ ਫਲਾਣੇ ਰਾਜੇ ਨੂੰ ਇਸ ਤਰੀਕੇ ਦੇ ਨਾਲ ਉਹਦੇ ਨੱਕ ਦੇ ਵਿੱਚ ਨਕੇਲ ਪਾ ਕੇ ਉਹਨੂੰ ਆਪਣੇ ਪੈਰਾਂ ਹੇਠ ਸੁੱਟਿਆ। ਪੰਜਾਬੀ ਦੇ ਵਿੱਚ ਕਹਿੰਦੇ ਹੁੰਦੇ ਲੱਤ ਹੇਠੋਂ ਦੀ ਨਿਗਾਇਆ। ਆਮ ਇਹ ਪੰਜਾਬੀ ਦਾ ਆਮ ਮੁਹਾਵਰਾ ਹੈ। ਮਹਾਰਾਜ ਸਾਹਿਬ ਜੀ ਨੇ 405 ਚਰਿੱਤਰ ਕਰੈਕਟਰ ਲਿਖੇ ਨੇ, ਜਿਹਦੇ ਵਿੱਚੋਂ 25 ਕਰੈਕਟਰ ਪੁਰਖਾਂ ਦੇ ਵੀ ਨੇ। ਜੇ ਇਸਤਰੀ ਦੇ 2 ਰੂਪ ਨੇ ਤੇ ਪੁਰਖ ਦੇ ਵੀ 2 ਰੂਪ ਹੈ, ਜਿਹਨੂੰ ਗੁਰਬਾਣੀ ਵਿੱਚ ਮਨਮੁਖ ਤੇ ਗੁਰਮੁਖ ਕਰਕੇ ਲਿਖਿਆ ਹੈ। ਪੰਜਾਬੀ ਦੇ ਵਿੱਚ ਸਾਧ ਤੇ ਚੋਰ ਕਹਿ ਦਿੰਦੇ ਨੇ। ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਰੈਕਟਰ ਪੁਰਖ ਦੇ ਵੀ ਲਿਖਿਆ ਤੇ ਕਰੈਕਟਰ ਔਰਤ ਦੇ ਵੀ ਲਿਖੇ ਨੇ। ਸ਼ੁਰੂਆਤੀ ਵਿੱਚ ਮਹਾਰਾਜ ਸਾਹਿਬ ਜੀ ਲਿਖਦੇ ਵੀ ਇੱਕ ਰਾਜਾ ਸੀ ਤੇ ਉਹਦੀ ਇੱਕ ਰਾਣੀ ਸੀ, ਉਹ ਚੜ੍ਹਾਈ ਕਰ ਗਈ, ਜਵਾਨ ਪੁੱਤ ਸੀ, ਉਹਨੇ ਦੂਜਾ ਵਿਆਹ ਕਰਾ ਲਿਆ। ਤੇ ਰਾਜਾ ਬਜ਼ੁਰਗ ਸੀ ਤੇ ਪੁੱਤ ਨੌਜਵਾਨ ਸੀ, ਤੇ ਉਹ ਕਹਿਣ ਲੱਗੀ ਵੀ ਮੇਰੇ ਨਾਲ ਤੂੰ ਕੁਕਰਮ ਕਰ। ਤੇ ਉਹ ਕਹਿਣ ਲੱਗਾ ਵੀ ਮੈਂ ਤੇ ਤੇਰਾ ਪੁੱਤ ਹਾਂ। ਉਹ ਕਹਿੰਦੀ ਤੇਰੀ ਮਾਂ ਤੇ ਮਰ ਗਈ ਹੈ, ਮੈਂ ਤੇਰੀ ਮਾਂ ਨਹੀਂ, ਮੈਂ ਤੇ ਤੇਰੀ ਰਖੇਲ ਹਾਂ। ਉਹ ਕਹਿਣ ਲੱਗਾ ਨਹੀਂ ਤੂੰ, ਮੈਂ ਤੈਨੂੰ ਮਾਂ ਕਰਕੇ ਮੰਨਾਂਗਾ ਕਿਉਂਕਿ ਤੂੰ ਮੇਰੇ ਪਿਓ ਦੇ ਨਾਲ ਵਿਆਹੀ ਹੋਈ ਹੈ, ਮੈਂ ਤੇਰੇ ਨਾਲ ਦੁਸ਼ਕਰਮ ਨਹੀਂ ਕਰਨਾ। ਤੇ ਉਹ ਕਹਿਣ ਲੱਗੀ ਵੀ ਜੇ ਨਹੀਂ ਕਰਨਾ ਤੇ ਮੈਂ ਲੀੜੇ ਪਾੜ ਕੇ ਰੌਲਾ ਪਾ ਦਿੰਦੀ ਹੈ। ਉਹਨੇ ਆਪਣੇ ਨਹੁੰ ਹੀ ਆਪਣੇ ਸਰੀਰ ਤੇ ਮਾਰੇ, ਕੱਪੜੇ ਪਾੜੇ, ਜੋ ਵੀ ਬਦਰੀਤੀ ਸੀ ਉਹ ਕੀਤੀ। ਰਾਜੇ ਦੇ ਕੋਲ ਜਾ ਕੇ ਉਹਦੀ ਫਰਿਆਦ ਕੀਤੀ, ਸ਼ਿਕਾਇਤ ਕੀਤੀ। ਤੇ ਰਾਜਾ ਕਾਮ ਦੇ ਮੋਹ ਵਿੱਚ ਸਮੁੰਦਰ ਵਿੱਚ ਡੁੱਬਾ ਹੋਇਆ ਸੀ। ਤੇ ਉਹ ਕਹਿਣ ਲੱਗਾ ਵੀ ਮੇਰਾ ਪੁੱਤ ਜਿਹੜਾ ਇਹ ਬਦਰੀਤ ਹੋ ਗਿਆ ਹੈ, ਇਹਨੂੰ ਫੜੋ ਤੇ ਫਾਂਸੀ ਤੇ ਚਾੜ ਦਿਓ। ਤੋ ਵਜ਼ੀਰ ਬੜਾ ਸਿਆਣਾ ਸੀ, ਉਹ ਕਹਿਣ ਲੱਗਾ ਰਾਜਾ ਸ਼ਾਇਦ ਰਾਣੀ ਵਿੱਚ ਕਸੂਰ ਹੋਵੇ, ਤੇਰੇ ਪੁੱਤ ਵਿੱਚ ਨਾ ਹੋਵੇ। ਕਿਉਂਕਿ ਜਿਵੇਂ ਅੱਜ ਰਾਜਿਆਂ ਦੇ ਸਲਾਹਕਾਰ ਹੁੰਦੇ ਨੇ, ਪਹਿਲਾਂ ਵਜ਼ੀਰ ਹੁੰਦੇ ਸਨ, ਸ਼ਾਇਦ ਇੱਦਾਂ ਵੀ ਹੋ ਸਕਦਾ ਹੈ। ਗੁਰੂ ਖਾਲਸਾ ਜੀ ਰਾਜੇ ਨੇ ਵਜ਼ੀਰ ਦੀ ਗੱਲ ਮੰਨੀ ਤੇ ਪਿਓ ਨੂੰ ਬੰਦ ਸਾਲ ਜੇਲ੍ਹ ਵਿੱਚ ਸੁੱਟ ਦਿੱਤਾ। ਵਜ਼ੀਰ ਰੋਜ਼ ਆਉਂਦਾ ਏ ਤੇ ਰਾਜੇ ਨੂੰ ਔਰਤਾਂ ਦੇ ਕਰੈਕਟਰ ਸੁਣਾਉਂਦਾ ਏ ਵੀ ਫਲਾਣੇ ਰਾਜੇ ਨੂੰ ਵੀ ਕੁਚੱਜੀ ਔਰਤ ਨੇ ਇਸ ਤਰੀਕੇ ਦੇ ਨਾਲ ਸ਼ਰਮਿੰਦਿਆਂ ਕੀਤਾ ਸੀ, ਫਲਾਣੇ ਸਾਧ ਨੂੰ ਵੀ ਔਰਤ ਨੇ ਠੱਗ ਲਿਆ ਸੀ, ਤੇਰਾ ਪੁੱਤ ਤੇ ਹੈ ਹੀ ਛੋਟਾ ਜਿਹਾ ਏ। ਇਹਨਾਂ ਔਰਤਾਂ ਨੇ, ਕੁਚੱਜਣਾ ਨੇ, ਵੇਸਵਾ ਨੇ
ਜਿਨ੍ਹਾਂ ਦੇ ਕਰੈਕਟਰ ਠੀਕ ਨਹੀਂ ਹੈ, ਇਹਨਾਂ ਨੇ ਤੇ ਵੱਡੇ ਵੱਡੇ ਰਾਜੇ, ਸਾਧੂ, ਮਹਾਂਪੁਰਖ, ਧਰਮੀ ਨਹੀਂ ਛੱਡੇ, ਤੇ ਤੇਰਾ ਪੁੱਤ ਤੇ ਹੈ ਹੀ ਕਿਹੜਾ, ਛੋਟਾ ਜੀ ਉਮਰ ਹੈ। ਆਖਰ ਗੁਰੂ ਖਾਲਸਾ ਜੀ ਜਦੋਂ ਉਹਨੇ ਚਰਿੱਤਰ ਕਰੈਕਟਰ ਸੁਣਾਏ ਔਰਤਾਂ ਦੇ, ਤੇ ਰਾਜੇ ਦੀਆਂ ਅੱਖਾਂ ਦੇ ਗਾੜੀ ਜਿਹੜਾ ਮੋਹ ਦਾ ਪਰਦਾ ਸੀ ਉਹ ਉਤਰ ਗਿਆ। ਮੋਹ ਦਾ ਪਰਦਾ ਉਤਰ ਗਿਆ, ਉਹਨੂੰ ਪਤਾ ਲੱਗ ਗਿਆ ਪਾਣੀ ਦਾ ਪਾਣੀ, ਦੁੱਧ ਦਾ ਦੁੱਧ, ਵੀ ਮੇਰਾ ਪੁੱਤ ਠੀਕ ਹੈ ਤੇ ਮੇਰੀ ਰਾਣੀ ਗਲਤ ਹੈ। ਤੇ ਉਹਨੇ ਗੁਰੂ ਖਾਲਸਾ ਜੀ ਫਿਰ ਆਪਣੇ ਪੁੱਤਰ ਨੂੰ ਸਨਮਾਨ ਦਿੱਤਾ, ਆਪਣੇ ਰਾਜ ਤਖਤੇ ਤੇ ਬਿਠਾਇਆ, ਆਪ ਤਪੋ ਭੂਮੀ ਨੂੰ ਚਲਿਆ ਗਿਆ ਤੇ ਰਾਣੀ ਨੂੰ ਕਰੜੀ ਉਹਨੇ ਸਜ਼ਾ ਦਿੱਤੀ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਉਹ ਸਾਰੇ ਕਰੈਕਟਰ ਲਿਖੇ ਨੇ। ਮਹਾਰਾਜ ਸਾਹਿਬ ਜੀ ਉੱਪਰ ਕਰੈਕਟਰ ਲਿਖਦੇ ਨੇ ਤੇ ਥੱਲੇ ਮਹਾਰਾਜ ਸਾਹਿਬ ਜੀ ਉਹਦੀ ਸਿੱਖਿਆ ਲਿਖਦੇ ਨੇ। ਆਮ ਸਕੂਲਾਂ ਦੇ ਵਿੱਚ ਵੀ ਛੋਟੇ ਛੋਟੇ ਬੱਚੇ ਪੜ੍ਹਦੇ ਹੈ, ਜਿਵੇਂ ਪਿਆਸਾ ਕਾਂ ਆਮ ਸਕੂਲਾਂ ਦੇ ਵਿੱਚ, ਜਾਂ ਭੁੱਖਾ ਕੁੱਤਾ, ਇਹੋ ਜਿਹੀ ਕਹਾਣੀਆਂ ਜਿਹੀਆਂ ਹੁੰਦੀਆਂ ਸੀ। ਉੱਪਰ ਕਹਾਣੀ ਆਉਣੀ ਤੇ ਥੱਲੇ ਫਿਰ ਉਹਦੀ ਮੌਰ ਲਾਉਣੀ, ਸਿੱਖਿਆ ਆਉਣੀ। ਗੁਰੂ ਗੋਬਿੰਦ ਸਿੰਘ ਜੀ ਨੇ ਉੱਪਰ ਕਰੈਕਟਰ ਲਿਖ ਕੇ ਹਰੇਕ ਦੇ ਥੱਲੇ ਇੱਕ ਦੋਹਰਾ ਸਿੱਖਿਆ ਦੇ ਵਿੱਚ ਲਿਖਿਆ, ਜਿਵੇਂ ਏਕ ਮਦੀ ਦੂਜਾ ਤਰਨ, ਤੀਜੇ ਅਤ ਤਨ ਧਾਮ, ਪਾਪ ਕਰੇ ਬਿਨ ਕਿਉਂ ਬਚੇ, ਬਚੇ ਬਚਾਵੇ ਰਾਮ। ਮਹਾਰਾਜ ਕਹਿੰਦੇ ਵੀ ਇੱਕ ਸ਼ਰਾਬੀ ਹੋਵੇ, ਦੂਜਾ ਘਰ 'ਚ ਪੈਸੇ ਹੋਣ, ਤੇ ਤੀਜਾ ਜਵਾਨ ਹੋਵੇ, ਪਾਪ ਕਰਨ ਤੋਂ ਬਿਨਾਂ ਨਹੀਂ ਬਚ ਸਕਦਾ। ਇਹੋ ਜਿਹੀਆਂ ਮਹਾਰਾਜ ਨੇ ਸਿੱਖਿਆਵਾਂ ਦਿੱਤੀਆਂ ਨੇ। ਮਹਾਰਾਜ ਨੇ ਇਹ ਵੀ ਕਿਹਾ, ਇਹਾਂ ਉਪਹਾਸ ਨਰਕਪੁਰ ਵਾਸਾ, ਇੱਥੇ ਮਖੌਲ ਤੇ ਨਰਕਾਂ ਵਿੱਚ ਵਾਸਾ ਹੋਵੇਗਾ। ਗੁਰੂ ਮਹਾਰਾਜ ਨੇ ਗੁਰ ਦੋਖੀ ਸਗ ਕੀ ਅੰਮ੍ਰਿਤ ਪਾਵੈ, ਗੁਰੂ ਦਾ ਦੋਖੀ ਕੁੱਤੇ ਦੀ ਮੌਤ ਨੂੰ ਪਾਉਂਦਾ ਹੈ। ਇਹੋ ਜਿਹੀਆਂ ਮਹਾਰਾਜ ਨੇ ਸਿੱਖਿਆਵਾਂ ਦਿੱਤੀਆਂ। ਅਖੀਰ ਦੇ ਉੱਪਰ ਸੱਚੇ ਪਾਤਸ਼ਾਹ ਜੀ ਨੇ ਚੌਪਈ ਦਾ ਪਾਠ ਦਿੱਤਾ, ਹਮਰੀ ਕਰੋ ਹਾਥ ਦਾ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ, ਤਬ ਚਰਨਨ ਮਨ ਰਹਿ ਹਮਾਰਾ। ਫਿਰ ਸੁਨੈ ਗੁੰਗ ਜੋ ਜਾਹੇ ਸੁਰਸਨਾ ਪਾਵਈ, ਸੁਨੈ ਮੂੜ ਚਿਤ ਲਾਏ ਚਤੁਰਤਾ ਆਵਈ। ਇਹ ਜੋ ਮਹਾਰਾਜ ਨੇ ਫਲ ਦੱਸਿਆ ਹੈ ਨਾ, ਇਹ ਇਕੱਲਾ ਚੌਪਈ ਦਾ ਨਹੀਂ ਹੈ, ਇਹ ਪੂਰਾ ਚਰਿਤਰੋ ਪਖਿਆਨ ਦਾ ਫਲ ਹੈ। ਜਿਹੜਾ ਇਹਨਾਂ ਨੂੰ ਸੁਣੇਗਾ ਉਹਦੇ ਕੰਨ ਆ ਜਾਣਗੇ, ਬੋਲਾ ਪਨਾੜ ਜੇਗਾ, ਜ਼ੁਬਾਨ ਆ ਜਾਵੇਗੀ, ਮੂਰਖ ਜਿਹੜਾ ਹੈ ਉਹ ਗਿਆਨੀ ਬਣ ਜਾਵੇਗਾ। ਇਹ ਪੂਰਾ ਚਰਿਤਰਾਂ ਦਾ ਮਹਾਰਾਜ ਸਾਹਿਬ ਜੀ ਨੇ ਫਲ ਦੱਸਿਆ ਹੈ। ਅੱਜ ਕੱਲ੍ਹ ਜਿਹੜੇ ਪੰਥ ਦੇ ਵਿੱਚ ਦੁਬਿਧਾ ਪਾਉਣ ਵਾਲੇ ਪੰਥ ਦੇ ਗਦਾਰ ਲੋਕ ਨੇ, ਉਹ ਲੋਕਾਂ ਵਿੱਚ ਗੁੰਮਰਾਹਕੁਨ ਪ੍ਰਚਾਰ ਕਰਦੇ ਨੇ। ਉਹ ਪ੍ਰਚਾਰ ਕਿੱਦਾਂ ਦਾ ਹੈ? ਜੋ ਕਰੈਕਟਰਾਂ ਦੇ ਵਿੱਚ ਤੁਕਾਂ ਨੇ ਉਹ ਲੈ ਲਈਆਂ, ਉਹ ਦੋ ਤੁਕਾਂ ਸੁਣਾਤੀਆਂ। ਸਿੱਖਿਆ ਵਾਲੀਆਂ ਜਿਹੜੀਆਂ ਤੁਕਾਂ ਨੇ ਉਹ ਛੱਡ ਦਿੱਤੀਆਂ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆਉਂਦਾ, ਅੱਜ ਨਾ ਸੁੱਤੀ ਕੰਤ ਸਿਉ, ਅੰਗ ਮੁੜੇ ਮੁੜ ਜਾਏ, ਜਾਏ ਪੁੱਛੋ ਦੁਹਾਗਣੀ, ਤਿਨ ਕਿਉਂ ਰੈਣ ਵੇ ਆਏ। ਇਹਦੇ ਹੁਣ ਅਰਥ ਕਰੋਗੇ ਤੇ ਕੁਝ ਹੋਰ ਹੀ ਨਿਕਲ ਜਾਂਦੇ। ਉਹ ਤੰਗੀ ਪੈ ਉਹ ਹਰੀ ਗਹਿਰੀ ਗੰਭੀਰੀ, ਇਹਦੇ ਅਰਥ ਕਰੋਗੇ ਟੀਕੇਕਾਰਾਂ ਨੇ ਜਿਹੜੇ ਕੀਤੇ ਨੇ ਉਹ ਹੋਰ ਹੀ ਨਿਕਲ ਜਾਂਦੇ ਨੇ। ਵੀ ਗੁਰੂ ਅਮਰਦਾਸ ਸਾਹਿਬ ਜੀ, ਗੁਰੂ ਖਾਲਸਾ ਜੀ 84 ਸਾਲਾਂ ਦੀ ਬਜ਼ੁਰਗ ਅਵਸਥਾ ਤੇ ਗੁਰੂ ਪਦ ਤੇ ਬੈਠੇ, ਗੁਰੂ ਨਾਨਕ ਦੀ ਜੋਤ, ਤੇ ਉਹ ਕਹਿੰਦੇ ਪਏ ਨੇ ਵੀ ਉੱਚੀਆਂ ਅਸਤਰਾਂ ਵਾਲੀਏ ਮੇਰਾ ਉਪਦੇਸ਼ ਸੁਣ। ਉਹ ਤੰਗੀ ਪਏ ਹੋਰੀ ਗਹਿਰੀ ਗੰਭੀਰੀ। ਹੁਣ ਮੈਂ ਕਹਾਂ ਵੀ ਇੱਕ ਬਜ਼ੁਰਗ ਦੇ ਮੂੰਹ ਇਹ ਗੱਲ ਫੱਬਦੀ ਜੀ? ਅੱਜ ਕੱਲ੍ਹ ਦਾ ਬਜ਼ੁਰਗ ਹੋਵੇ ਤੇ ਉਹ ਗੱਲ ਕਰ ਲਵੇ, ਅੱਜ ਤੋਂ 400 ਸਾਲ ਪੁਰਾਣੀ ਗੱਲ ਹੈ। 400 ਸਾਲ ਪਹਿਲਾਂ ਲੋਕਾਂ ਦੇ ਵਿੱਚ ਸ਼ਰਮ ਵੀ ਹੁੰਦੀ ਸੀ, ਹਯਾ ਵੀ ਹੁੰਦੀ ਸੀ। ਉਦੋਂ ਇਹੋ ਜਿਹਾ ਗੱਲ ਨਹੀਂ ਸੀ ਬਜ਼ੁਰਗ ਕਰਦਾ, ਨੌਜਵਾਨ ਵੀ ਨਹੀਂ ਸੀ ਕਰਦੇ। ਬਜ਼ੁਰਗਾਂ ਦੀ ਤੇ ਗੱਲ ਇੱਕ ਬਣੇ ਰਹੇ। ਫਿਰ ਗੁਰੂ ਨਾਨਕ ਦੀ ਗੱਦੀ ਤੇ, ਗੁਰੂ ਨਾਨਕ ਦੀ ਮਸਨਦ ਤੇ ਬੈਠਣ ਵਾਲਾ ਇਹ ਗੱਲ ਕਹਿ ਸਕਦਾ ਵੀ ਉੱਚੀਆਂ ਅਸਤਰਾਂ ਵਾਲੀਏ ਮੇਰਾ ਉਪਦੇਸ਼ ਸੁਣ। ਇਹ ਗੱਲ ਨੂੰ ਮੈਂ 10-15 ਮਿੰਟ ਲਾ ਕੇ ਕਹਾਂ ਤੇ ਤੁਹਾਡੇ ਵਿੱਚੋਂ ਹੀ ਸੁਣਨ ਵਾਲਿਆਂ ਨੇ ਕਹਿਣਾ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਤੁਕ ਕਿਸੇ ਸ਼ਰਾਰਤੀ ਨੇ ਪਾ ਦਿੱਤੀ ਹੈ, ਇਹ ਗੁਰੂ ਅਮਰਦਾਸ ਸਾਹਿਬ ਦੀ ਨਹੀਂ ਤੁਕ ਹੈਗੀ। ਅੱਜ ਨਾ ਸੁੱਤੀ ਕੰਤ ਸਿਉ ਅੰਗ ਮੁੜਿਆ ਮੁੜ ਜਾਏ, ਇਹ ਤੁਕ ਦੀ ਮੈਂ ਵਿਆਖਿਆ ਕਰਕੇ ਤੁਹਾਨੂੰ ਦੱਸਾਂ ਤੇ ਤੁਸੀਂ ਕਹਿਣਾ ਹੈ ਵੀ ਇਹ ਗੱਲ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਸੇ ਨੇ ਰਲਾ ਦਿੱਤੀ ਹੈ। ਕੱਲੀ ਤੁਕ ਪੜ੍ਹ ਕੇ ਸੁਣਾਵਾਂ, ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ, ਆਣ ਬਾਟ ਕਾਹੇ ਨਹੀਂ ਆਇਆ। ਆਣ ਬਾਟ ਦੇ ਮੈਂ ਤੁਹਾਨੂੰ ਮਹਿਣੇ ਦੱਸਾਂ ਤੇ ਗੁਰੂ ਖਾਲਸਾ ਜੀ ਤੁਸੀਂ ਕਹਿ ਦੇਣਾ ਹੈ ਵੀ ਇਹ ਸੱਚੇ ਪਾਤਸ਼ਾਹ ਜੀ ਦੀ ਰਚਨਾ ਨੇ।
ਹੁਣ ਇੱਥੇ ਆਣ ਬਾਟ ਲਿਖਿਆ ਏ, ਤੇ ਰੋਗਨ ਤੇ ਯਾਰ ਸੋਗਨ ਤੇ ਜਲ ਜੋਗਨ ਤੇ ਬਹੁ ਭਾਂਤ ਬਚਾਵੇ ਸੋਈਆ ਪੜੋ। ਔਰ ਕੀ ਬਾਤ ਕਹਾਂ कहूँ तो सो पेट ही के पट बीच बचावे। ਹੁਣ ਜੇ ਇਸ ਤੁਕ ਦੇ ਉੱਪਰ ਕਈ ਸ਼ੰਕਾ ਕਰਦੇ ਆ, ਪੇਟ ਹੀ ਕੇ ਪਟ ਬੀਚ, ਉਹ ਕਹਿੰਦੇ ਪਟ ਬੀਚ ਦਾ ਅਰਥ ਕੀ ਹੈ ਤੇ ਆਣ ਬਾਟ ਦਾ ਮੈਨਾ ਕੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਹੀ ਤਰਜਮਾਨੀ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਕਰਦੀ ਹੈ। ਜੇ 10ਵੇਂ ਪਾਤਸ਼ਾਹ ਜੀ ਦੀ ਬਾਣੀ ਦਾ ਅੱਜ ਖੰਡਨ ਹੈ ਤੇ ਕੱਲ ਨੂੰ ਆਦ ਬਾਣੀ ਦਾ ਖੰਡਨ ਵੀ ਇਹ ਲੋਕ ਕਰਨਗੇ, ਲੋਕਾਂ ਵਿੱਚ ਗੁੰਮਰਾਹ ਕਰਨ ਪ੍ਰਚਾਰ ਕਰਨਗੇ। ਆਸਾ ਜੀ ਦੀ ਵਾਰ ਦੇ ਵਿੱਚ ਸ਼੍ਰੀ ਕ੍ਰਿਸ਼ਨ ਜੀ ਦੇ ਬਾਰੇ ਲਿਖਿਆ ਹੈ, ਬਿੰਦਰਾ ਬਨ ਮੈਂ ਰੰਗ ਕੀ ਆ। ਜੇ ਉਹ ਰੰਗ ਬਾਰੇ ਦੱਸੀਏ, ਕਿਹੜਾ ਰੰਗ ਕੀਤਾ ਹੈ, ਗੁਰੂ ਗੋਬਿੰਦ ਸਿੰਘ ਜੀ ਨੇ ਅਵਤਾਰਵਾਦ ਦੇ ਵਿੱਚ ਉਹ ਰੰਗ ਦੱਸਿਆ ਹੈ ਵੀ ਆਹ ਰੰਗ ਕੀਤਾ ਹੈ। ਮਹਾਰਾਜ ਸਾਹਿਬ ਜੀ ਨੇ ਅਵਤਾਰਾਂ ਦੀ ਕਥਾ ਲਿਖੀ ਹੈ। ਹੁਣ ਕਈ ਕਹਿੰਦੇ ਆ ਜੀ ਗੁਰੂ ਗੋਬਿੰਦ ਸਿੰਘ ਜੀ ਨੂੰ ਰਾਮ ਜੀ ਦਾ ਕਰੈਕਟਰ ਲਿਖਣ ਦੀ ਗੱਲ ਕੀ ਲੋੜ ਪਈ ਸੀ। ਰਾਮ ਜੀ ਦੇ ਗੁਰੂ ਖਾਲਸਾ ਜੀ 3 ਜੀਵਨ ਕਰੈਕਟਰ ਹੈ, ਤੁਲਸੀ ਜੀ ਦਾ, ਬਾਲਮੀਕ ਜੀ ਦਾ ਤੇ ਇੱਕ ਹਨੂਮਾਨ ਨਾਟਕ ਹੈ। ਇਹ 3 ਪੁਰਾਣੇ ਕਰੈਕਟਰ ਨੇ, ਉਹਨਾਂ ਦੇ ਥੋੜਾ ਥੋੜਾ ਫਰਕ ਹੈ। ਹੁਣ ਜਿਹੜੀ ਤੁਲਸੀਦਾਸ ਜੀ ਦੀ ਰਮਾਇਣ ਹੈ, ਇਹ ਸ਼ਰਧਾ ਪ੍ਰੇਮ ਪਿਆਰ ਦੇ ਨਾਲ ਹੀ ਭਰੀ ਹੋਈ ਹੈ। ਇਹਨੂੰ ਪੜ੍ਹ ਕੇ ਤੇ ਬੰਦਾ ਸ਼ਹਿਤਰ ਇੱਕ ਬੰਨੇ ਰੱਖ ਦਿੰਦਾ ਏ, ਮਾਲਾ ਪੜ੍ਹ ਕੇ ਜੈ ਸੀਆ ਰਾਮ ਜੈ ਸੀਆ ਰਾਮ ਇਹਦੇ 'ਚ ਹੀ ਲੱਗ ਜਾਂਦਾ ਹੈ। ਬਾਲਮੀਕ ਜੀ ਦੀ ਜਿਹੜੀ ਰਮਾਇਣ ਹੈ ਉਹਦਾ ਆਪਣਾ ਰੰਗ ਹੈ। ਇਸੇ ਤਰ੍ਹਾਂ ਹਨੂਮਾਨ ਜੀ ਦੀ ਜਿਹੜੀ ਰਮਾਇਣ ਹੈ ਉਹਦੇ ਵਿੱਚ ਕੁਝ ਵੀਰ ਰਸੀ ਪ੍ਰਸੰਗ ਵੀ ਹੈ। ਹਨੂਮਾਨ ਨਾਟਕ ਦੇ ਵਿੱਚ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਜਿਹੜੀ ਰਮਾਇਣ ਹੈ ਇਹ ਵੀਰ ਰਸ ਦੇ ਨਾਲ ਭਰੀ ਹੈ। 10ਵੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ 3-4 ਗੁਰਬਾਣੀਆਂ ਹੀ ਹੈ ਜਿਨ੍ਹਾਂ ਦਾ ਉਚਾਰਨ ਬੜਾ ਖੜਕੇ ਦੜਕੇ ਨਾਲ ਕਰਨਾ ਪੈਂਦਾ ਹੈ, ਕਠਿਨ ਵੀ ਹੈ। ਰਾਮਾਵਤਾਰ ਹੈ, ਨੇਕ ਲੰਕ ਅਵਤਾਰ ਹੈ, ਸ਼ਸਤਰਨਾਮ ਮਾਲਾ ਹੈ। ਇਹ ਬੜੇ ਖੜਕੇ ਦੜਕੇ ਦੇ ਨਾਲ, ਮਾੜਾ ਬੰਦਾ ਤੇ ਪੜ੍ਹ ਹੀ ਨਹੀਂ ਸਕਦਾ, ਤਗੜੇ ਬੜੇ ਜ਼ੋਰ ਦੇ ਨਾਲ ਪੜ੍ਹਨੀਆਂ ਪੈਂਦੀਆਂ। ਮਾਸਟਰ ਦਰਸ਼ਨ ਸਿੰਘ ਜੀ ਸੀ, ਸਾਡਾ ਬੜਾ ਪਿਆਰ ਸੀ, ਸੰਤ ਜੀ ਬੈਠੇ ਨੇ, ਇਹਨਾਂ ਦੇ ਨਾਲ ਬੜਾ ਪਿਆਰ ਸੀ ਉਹਨਾਂ ਦਾ, ਬੜੇ ਖੜਕੇ ਦੜਕੇ ਦੇ ਨਾਲ ਉਹ ਪੜ੍ਹਦੇ ਸੀ ਇਹਨਾਂ ਬਾਣ, ਰੱਬੀ ਉਹਨਾਂ ਦੇ ਉੱਪਰ ਕਿਰਪਾ ਸੀ। ਤੇ ਰਾਮਾਵਤਾਰ ਪੜ੍ਹ ਕੇ ਬੰਦਾ ਮਾਲਾ ਇੱਕ ਬੰਨੇ ਰੱਖ ਦੂ, ਹੱਥ ਦੇ ਵਿੱਚ ਤਲਵਾਰ ਫੜ ਕੇ ਤੇ ਜੰਗ 'ਚ ਜੂਝੂ। ਜੇ ਸਾਡੇ ਵੱਡੇ ਇਦਾਂ ਜੂਝਦੇ ਰਹੇ ਨੇ ਤੇ ਸਾਨੂੰ ਕੀ ਹੋਇਆ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਰੈਕਟਰ ਲਿਖੇ ਹੈ ਅਵਤਾਰਾਂ ਦੇ, ਉਹਦੇ ਵਿੱਚ ਮਹਾਰਾਜ ਨੇ ਦੱਸਿਆ ਉਹ ਤੁਸੀਂ ਹਿੰਦੂਓ ਮੁਸਲਮਾਨਾਂ ਦੇ ਥੱਲੇ ਲੱਗੇ ਪਏ ਜੋ। ਇਹੋ ਜਿਹਾ ਭੈੜਾ ਸਮਾਂ ਸੀ ਕਿ ਮੁਸਲਮਾਨਾਂ ਨੇ, ਤੁਰਕਾਂ ਨੇ ਥੁੱਕਣਾ ਵੀ ਹੁੰਦਾ ਸੀ ਤੇ ਹਿੰਦੂ ਦੇ ਮੂੰਹ 'ਚ ਥੁੱਕਦੇ ਸੀ ਪਾਨ ਖਾ ਕੇ, ਇਹੋ ਜਿਹਾ ਜਲੀਲ ਕਰਦੇ ਸੀ। ਮਹਾਰਾਜ ਸਾਹਿਬ ਨੇ ਕਿਹਾ ਤੁਸੀਂ ਕਿਉਂ ਇੰਨੇ ਜਲੀਲ ਹੁੰਦੇ ਪਏ ਹੋ। ਜੰਜੀਰੀ ਦੀਆਂ ਜੋ ਗੁਲਾਮੀ ਦੀਆਂ ਜੰਜੀਰਾਂ ਨੇ ਆਪਣੇ ਗਲ ਵਿੱਚੋਂ ਉਤਾਰੋ। ਤੇ ਮਹਾਰਾਜ ਨੇ ਉਹਨਾਂ ਦੇ ਵੱਡਿਆਂ ਦੇ ਕਰੈਕਟਰ ਉਹਨਾਂ ਨੂੰ ਦੱਸ ਕੇ ਉਹਨਾਂ ਦੇ ਹੱਥਾਂ 'ਚ ਤਲਵਾਰਾਂ ਫੜਵਾਈਆਂ, ਉਹ ਜੰਗ ਦੇ ਮੈਦਾਨ ਦੇ ਵਿੱਚ ਜੂਝੇ। ਫਿਰ ਉਹੀ ਹਿੰਦੂ ਮਹਾਰਾਜ ਸਾਹਿਬ ਜੀ ਦੀ ਸਿੱਖਿਆ ਨੂੰ ਪਾ ਕੇ, ਕ੍ਰਿਸ਼ਨ ਅਵਤਾਰ ਦੇ ਵਿੱਚ ਵੀ ਮਹਾਰਾਜ ਨੇ ਜੰਗਾਂ ਦੇ ਪ੍ਰਸੰਗ ਨੂੰ ਉਭਾਰ ਕੇ ਲਿਖਿਆ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਚੰਡੀ ਦੀ ਵਾਰ ਲਿਖੀ ਹੈ। ਚੰਡੀ ਦੀ ਵਾਰ ਦੇ ਕਈ ਪੱਖ ਨੇ, ਇੱਕ ਪੱਖ ਵਿੱਚੋਂ ਮੈਂ ਸਮਝਿਆ ਹੈ ਗੁਰੂ ਖਾਲਸਾ ਜੀ ਹਿੰਦੁਸਤਾਨ ਦੇ ਵਿੱਚ ਔਰਤ ਨੂੰ ਅਬਲਾ ਕਹਿੰਦੇ ਸਨ, ਵੀ ਇਹ ਅਬਲਾ ਹੈ। ਅਬਲਾ ਮੀਨਿੰਗ ਅਬਲਾ ਵੀ ਇਹਦੇ ਵਿੱਚ ਬਲ ਨਹੀਂ ਹੈ, ਇਹ ਆਪਣੀ ਸਹਾਇਤਾ ਆਪ ਨਹੀਂ ਕਰ ਸਕਦੀ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਅਬਲਾ ਕਹਿਣ ਵਾਲਿਆਂ ਨੂੰ ਦੱਸਿਆ ਔਰਤ ਆਦ ਸ਼ਕਤੀ ਵੀ ਹੈ। ਔਰਤ ਦਾ ਕਰੈਕਟਰ ਵਿਗੜ ਜਾਵੇ ਇਹ ਦੇਸ਼ ਨੂੰ ਕੀ ਲੋਕ ਪਰਲੋਕ ਨੂੰ ਡੋਬ ਦਿੰਦਾ ਹੈ। ਇਹ ਕਰੈਕਟਰ ਸੁਧਰ ਜਾਵੇ ਇਹਦੇ ਵਰਗੀ ਦੇਵੀ ਵੀ ਕੋਈ ਨਹੀਂ ਹੈ। ਸੱਚੇ ਪਾਤਸ਼ਾਹ ਜੀ ਨੇ ਲਿਖੀ ਹੈ ਚੰਡੀ ਦੀ ਵਾਰ, ਉਹਦੇ ਵਿੱਚ ਲਿਖਿਆ ਤੈਥੋਂ ਹੀ ਬਲ ਰਾਮ ਲੈ ਨਾਲ ਬਾਣਾ ਦੈਸ ਰਕਾਇਆ, ਤੈਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਗਰਾਇਆ। ਸੱਚੇ ਪਾਤਸ਼ਾਹ ਜੀ ਨੇ ਤੈ ਹੀ ਦੁਰਗਾ ਸਾਜ ਕਹਿ ਦੈਂਤਾਂ ਦਾ ਨਾਸ ਕਰਾਇਆ। ਮਹਾਰਾਜ ਨੇ ਕਿਹਾ ਇੱਥੇ ਔਰਤ ਤੇ ਪੁਰਖ ਦੀ ਗੱਲ ਕੋਈ ਨਹੀਂ ਹੈ। ਸ਼ਕਤੀ ਸਮਰੱਥਾ ਇੱਕ ਅਕਾਲ ਪੁਰਖ ਪਰਮੇਸ਼ਰ ਦੀ ਵਰਤਦੀ ਪਈ ਹੈ। ਜਿਹਨੂੰ ਅਕਾਲ ਮੂਰਤ ਕਿਹਾ ਹੈ ਨਾ, ਅਕਾਲ ਸ਼ਬਦ ਦੀ ਵਿਆਖਿਆ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ 10ਮ ਬਾਣੀ ਵਿੱਚ ਕੀਤੀ ਹੈ। ਅਕਾਲ ਉਸਤਤ ਵੀ ਲਿਖੀ ਹੈ। ਮਹਾਰਾਜ ਸਾਹਿਬ ਜੀ ਨੇ ਅਵਤਾਰਾਂ ਦੇ ਸ਼ੁਰੂ ਦੇ ਵਿੱਚ ਗੁਰੂ ਖਾਲਸਾ ਜੀ
ਜਿੱਥੇ ਕਥਾ ਆਉਂਦੀ ਹੈ ਉੱਥੇ ਅਕਾਲ ਪੁਰਖ ਦੀ ਸਤੁਤੀ ਕੀਤੀ ਹੈ। ਮਹਾਰਾਜ ਨੇ ਦੋ ਸ਼ਬਦ ਲਏ ਨੇ ਮੂਲ ਮੰਤਰ ਦੇ ਵਿੱਚ, ਅਕਾਲ ਤੇ ਪੁਰਖ। ਅਕਾਲ ਪੁਰਖ ਇਹਦੀ ਮਹਾਰਾਜ ਸਾਹਿਬ ਜੀ ਨੇ ਵਡਿਆਈ ਕੀਤੀ। ਮਹਾਰਾਜ ਕਹਿੰਦੇ ਜੋ ਅਕਾਲ ਪੁਰਖ ਹੈ ਨਾ, ਉਹ ਅਕਾਲ ਪੁਰਖ ਪਰਮੇਸ਼ਰ ਦੀ ਸੱਤਾ, ਸਮਰੱਥਾ, ਸਫੁਰਤੀ, ਚੇਤਨਤਾ ਜਿਹਨੂੰ ਵੀ ਦੇ ਦੇਵੇ। ਗੁਰੂ ਗ੍ਰੰਥ ਸਾਹਿਬ 'ਚ ਲਿਖਿਆ, ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸੁਆ। ਅਕਾਲ ਪੁਰਖ ਪਰਮੇਸ਼ਰ ਕੀੜੇ ਦੇ ਕੋਲੋਂ ਵੀ ਵੱਡੀਆਂ ਵੱਡੀਆਂ ਫੌਜਾਂ ਨੂੰ ਫਨਾਹ ਕਰ ਸਕਦਾ ਹੈ। ਔਰਤ ਨੂੰ ਬਲ ਦਿੱਤਾ, ਉਹ ਆਦਿ ਸ਼ਕਤੀ ਕਹਾਈ। ਉਹ ਜੰਗ ਦੇ ਮੈਦਾਨ ਦੇ ਵਿੱਚ ਜੂਝੀ, ਬੜੇ ਬੜੇ ਰਾਖਸ਼ਾਂ ਦਾ ਉਹਨੇ ਘਾਣ ਕੀਤਾ। ਇਹ ਮਹਾਰਾਜ ਸਾਹਿਬ ਜੀ ਨੇ ਔਰਤ ਦਾ ਜਿਹੜਾ ਸੁਧਰਿਆ ਹੋਇਆ ਰੂਪ ਹੈ ਉਹ ਗੁਰੂ ਖਾਲਸਾ ਜੀ ਲਿਖਿਆ ਹੈ। ਸੱਚੇ ਪਾਤਸ਼ਾਹ ਜੀ ਨੇ ਔਰਤ ਦਾ ਜਿਹੜਾ ਵਿਗੜਿਆ ਹੋਇਆ ਰੂਪ ਹੈ ਉਹ ਵੀ ਲਿਖਿਆ ਹੈ। ਚੰਡੀ ਦੀ ਵਾਰ ਜਿਹੜੀ ਹੈ ਉਹ ਸੁਧਰਿਆ ਹੋਇਆ ਰੂਪ ਹੈ, ਜਿਹੜੇ ਚਰਿਤਰੋ ਪਖਿਆਨ ਨੇ ਉਹ ਵਿਗੜਿਆ ਹੋਇਆ ਰੂਪ ਹੈ। ਕਈ ਮੈਂ ਲਿਖਤੀ ਦਸਮ ਦੇ ਸਰੂਪ ਵੇਖੇ ਨੇ, ਉਹਨਾਂ ਦੇ ਵਿੱਚ ਗੁਰੂ ਖਾਲਸਾ ਜੀ ਪਹਿਲਾਂ ਚੰਡੀ ਦੀ ਵਾਰ ਹੈ, ਚੰਡੀ ਚਰਿੱਤਰ ਤੇ ਚੰਡੀ ਦੀ ਵਾਰ, ਬਾਅਦ ਵਿੱਚ ਚਰਿਤਰੋ ਪਖਿਆਨ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਜਿਵੇਂ ਸੁਚੱਜੀ ਤੇ ਕੁਚੱਜੀ ਹੈ। ਭਾਈ ਗੁਰਦਾਸ ਸਾਹਿਬ ਜੀ ਨੇ 16ਵੀਂ 17ਵੀਂ ਪੌੜੀ ਵਿੱਚ 5ਵੀਂ ਵਾਰ ਵਿੱਚ ਦੋਨੋਂ ਰੂਪ ਕਥਨ ਕੀਤੇ ਨੇ। ਪੁਰਾਣੀਆਂ ਬੀੜਾਂ ਦੇ ਲਿਖਣ ਦੇ ਕ੍ਰਮ ਦੇ ਵਿੱਚ ਇਹ ਗੱਲ ਵੇਖੀ ਹੈ ਵੀ ਪਹਿਲਾਂ ਚੰਡੀ ਦੀ ਇਹ ਕਰੈਕਟਰ ਤੇ ਫਿਰ ਵਾਰ, ਤੇ ਉਹਦੇ ਤੋਂ ਬਾਅਦ ਫਿਰ ਚਰਿਤਰੋ ਪਖਿਆਨ। ਸੁਚੱਜਾ ਤੇ ਕੁਚੱਜਾ ਇਹ ਦੋਨੋਂ ਹੀ ਰੂਪ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਲਿਖੇ। ਐਸੀ ਸਿੱਖਾਂ ਦੀ ਮਨੌਤ ਸੀ, ਉਹਨਾਂ ਦਾ ਮੰਨਣਾ ਸੀ, ਉਹ ਮੰਨਦੇ ਸੀ, ਉਹ ਸ਼ਰਧਾ ਧਾਰ ਕੇ ਸੱਚੇ ਪਾਤਸ਼ਾਹ ਜੀ ਦੀ ਬਾਣੀ ਨੂੰ ਸਿਜਦਾ ਕਰਦੇ ਸਨ। ਫਿਰ ਕਹਿ ਦਿੰਦੇ ਆ ਜੀ ਇਹ ਅਵਤਾਰ ਤੇ ਹਿੰਦੂਆਂ ਦੇ ਨੇ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇਹ ਅਵਤਾਰ ਕਿਉਂ ਲਿਖੇ? ਇਹ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਉਹਨਾਂ ਦੀ ਬਾਣੀ ਦੀ ਬੀੜ ਹੈ ਜੋ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵੱਲੋਂ ਛਪਵਾਈ ਗਈ ਹੈ। ਸੰਤ ਦਰਸ਼ਨ ਸਿੰਘ ਜੀ ਮਹਾਰਾਜ, ਦਾਸ ਦੇ ਗੁਰਦੇਵ ਗਿਆਨੀ ਹਰਦੀਪ ਸਿੰਘ ਜੀ ਅਤੇ ਸਿੰਘ ਸਾਹਿਬ ਗਿਆਨੀ ਕੁਲਵੰਤ ਸਿੰਘ ਜੀ, ਸਿੰਘ ਸਾਹਿਬ ਗਿਆਨੀ ਰਾਮ ਸਿੰਘ ਜੀ, ਉਹਨਾਂ ਨੇ ਬੜੀ ਮਿਹਨਤ ਦੇ ਨਾਲ ਇਹ ਬੀੜ ਨੂੰ ਸੰਸ਼ੋਧਨ ਕੀਤਾ, ਪਾਠਾਂ ਦੀ ਪਦਕ੍ਰਿਤੀ ਕੀਤੀ ਤੇ ਇਹਨੂੰ ਛਪਵਾਉਣਾ ਕੀਤਾ ਹੈ। ਇਹਦੇ ਵਿੱਚ ਇਹ ਦੇਖੋ 155 ਅੰਗ ਦੇ ਉੱਪਰ ਏਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ, ਪਾਤਸ਼ਾਹੀ 10ਵੀਂ, ਅਸ 24 ਅਵਤਾਰ ਮਹਾਰਾਜ ਨੇ ਸ਼ੁਰੂ ਕੀਤੇ ਨੇ। ਚੌਪਈ ਅਬ 24 ਉਚਰੋਂ ਅਵਤਾਰਾ, ਜਿਹ ਬਿਦ ਤਿਨਕਾ ਲਖਾ ਅਖਾਰਾ, ਸੁਣਿਓ ਸੰਤ ਸਭੈ ਚਿਤ ਲਾਈ, ਬਰਨਤ ਸਿਆਮ ਜਥਾ ਮਤ ਪਾਈ। ਮਹਾਰਾਜ ਨੇ ਕਿਹਾ ਜਿਵੇਂ ਮੇਰੀ ਮਤ ਹੈ, ਜਥਾ ਮਤ ਦਾ ਅਰਥ ਹੁੰਦਾ ਜਿਵੇਂ ਮੇਰੀ ਮਤ ਵਿੱਚ ਗੱਲ ਆਉਂਦੀ ਹੈ ਉੱਦਾਂ ਹੀ ਮੈਂ ਕਹਿਣਾ ਹਾਂ। ਭਾਵੇਂ ਮਹਾਰਾਜ ਨੇ ਅਨੁਵਾਦ ਕੀਤਾ ਹੈ, ਕ੍ਰਿਸ਼ਨਾ ਅਵਤਾਰ 10ਵੇਂ ਸਕੰਦ ਦਾ ਅਨੁਵਾਦ ਹੈ, ਪਰ ਸੱਚੇ ਪਾਤਸ਼ਾਹ ਜੀ ਨੇ ਇਹਦੇ ਵਿੱਚ ਸੁਤੰਤਰਤਾ ਹੀ ਵੀ ਦਿਖਾਈ ਹੈ। ਜਬ ਜਬ ਹੋਤ ਅਰਿਸ਼ਟ ਅਪਾਰਾ, ਤਬ ਤਬ ਦੇਹ ਧਰਤੀ ਅਵਤਾਰਾ, ਕਾਲ ਸਭਨ ਕੋ ਪੇਖ ਤਮਾਸਾ, ਅੰਤ ਕਾਲ ਕਰਤ ਹੈ ਨਾਸਾ। ਇਹ ਕਾਲ ਪੁਰਖ ਹੈ, ਕਾਲ ਨਾਮ ਕਾਲ ਪੁਰਖ ਦਾ ਹੈ। ਉਹੀ ਅਕਾਲ ਉਸਤਤ ਹੈ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਲਿਖੀ ਹੈ। ਉਹੀ ਜਾਪ ਸਾਹਿਬ ਹੈ। ਪੁਰਾਣੀਆਂ ਜਾਪ ਸਾਹਿਬ ਦੀਆਂ ਬੀੜਾਂ ਦੇ ਵਿੱਚ ਅਕਾਲ ਪੁਰਖ ਜੀ ਸਹਾਏ ਮੰਗਲਾ ਚਰਨ ਵੀ ਹੈ। ਮਹਾਰਾਜ ਨੇ ਅਕਾਲ ਪੁਰਖ ਦੀ ਮੂਲ ਮੰਤਰ ਦੇ ਵਿੱਚ ਮੈਂ ਆਦਿ ਦੇ ਵਿੱਚ ਕਿਹਾ ਸੀ ਕਿ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦੀ ਜਿੰਨੀ ਰਚਨਾ ਹੈ ਇਹ ਮੂਲ ਮੰਤਰ ਦੀ ਵਿਆਖਿਆ ਹੈ। ਅਕਾਲ ਤੇ ਪੁਰਖ ਇਹ ਦੋ ਸ਼ਬਦਾਂ ਦੀ ਵਿਆਖਿਆ 'ਚ ਅਕਾਲ ਉਸਤਤ ਤੇ ਫਿਰ ਅਵਤਾਰ। ਅਕਾਲ ਪੁਰਖ ਹੀ ਇਹਨਾਂ ਅਵਤਾਰਾਂ ਨੂੰ ਸਿਰਜਦਾ ਏ, ਇਹਨਾਂ ਅਵਤਾਰਾਂ ਦਾ ਘਾਣ ਕਰਦਾ ਏ। ਕਾਲ ਸਭਨ ਕਾ ਕਰਤ ਪਸਾਰਾ, ਅੰਤ ਕਾਲ ਸੋਈ ਖਾਪਨ ਹਾਰਾ, ਆਪਣ ਰੂਪ ਅਨੰਤਨ ਧਰਹੀ, ਆਪਹਿ ਮਦ ਲੀਨ ਪੁਨ ਕਰਹੀ। ਚੌਪਈ ਇਨ ਮੈਂ ਸ੍ਰਿਸ਼ਟ ਸੋ 10 ਅਵਤਾਰਾ, ਜਿਨ ਮੈਂ ਰਮੀਆਂ ਰਾਮ ਹਮਾਰਾ, ਅੰਤ ਚਤਰ 10 ਗਾਨੇ ਅਵਤਾਰੂ, ਕਹੋ ਜੋ ਤਿਨ ਤਿਨ ਕੀਏ ਅਖਾਰੂ। ਮਹਾਰਾਜ ਕਹਿੰਦੇ ਜਿਹੜੇ ਜਿਹੜੇ ਉਹਨਾਂ ਨੇ ਦੁਨੀਆ ਦੇ ਉੱਪਰ ਕੌਤਕ ਕੀਤੇ ਉਹ ਮੈਂ ਆਪ ਦੱਸਦਾ ਹਾਂ। ਫਿਰ ਸੱਚੇ ਪਾਤਸ਼ਾਹ ਜੀ ਆਪ ਰਚੇ ਆਪੇ ਕਲ ਘਾਏ, ਅਵਰਨ ਕਹਿ ਦੇ ਮੂੰਡ ਹਟਾਏ,
आप निरालम रहा ना पाया, ताते नाम बेअंत कहाया। इस तरीके नाल महाराज ने बेअंत क्यों कहते ने, इसे तरह समय अंत पर होत सहाई, ताते संख्या संत गनाई। अकाल पुरख नूं संत क्यों कहते ने, ये महाराज ने छोटियां छोटियां व्याख्या कीतियां हुईयां ने। फिर गुरु गोबिंद सिंह साहब जी ने कहा है, महाराज कहते जग आपन अपने उरजाना, पार ब्रह्म काहू ना पछाना। एक मड़ियन कबरन में जाही, दोहां मैं परमेश्वर नाई। कोई कहता ये हिंदू ने लिखिया है। गुरु खालसा जी मड़ी पूजा का तो महाराज ने खंडन किया। ये जे कहो भी किसी मुसलमान कवि ने लिखिया है तो कबरां का खंडन किया। ये महाराज साहब जी ने एक तस्बी एक माला तरही, एक कुरान पुराण उचरही, करत विरुद्ध गए मर मूड़ा, प्रभ को रंग ना लागा गूढ़ा। जे किसी हिंदू ने यह लिखिया हुंदा, उन्हें यह गल नहीं सी कहनी भी पुराण पढ़न वाले नूं प्रभु का रंग नहीं लगा, कुरान पढ़न वाले नूं प्रभु का रंग नहीं लगा। हिंदू कुरान बारे कह सकता है, पुराण बारे नहीं। इस्लामी ने लिखिया हुंदा, वो पुराण बारे तो कह सकता सी, कुरान बारे नहीं। पुराण ते कुरान का खंडन करके गाड़ी मार्ग ते तोरन वाले कलगीधारी हो सकते ने, जिन्हों ने ऐसी अजीम रचना लिखी है, होर कोई नहीं लिख सकता। फिर सच्चे पातशाह जी ने जोगी सन्यासी है जेते, मुंडिया मुसलमान गण केते, भेख धरे लूटत संसारा, शपथ साध जिह नाम आधारा। महाराज ने कहा जोगी ते सन्यासी, मुसलमान, मुंडिया जिन्हों ने सिर मुन्ने ने, वो भेख धर के दुनिया नूं लुटदे ने। इस ग्रंथ का करता एक जोगी भी नहीं जे हो सकता, इस ग्रंथ का करता सन्यासी भी नहीं जे हो सकता, मुसलमान भी नहीं जे हो सकता। संत दर्शन सिंह जी शुभाईमान है, शाइयां ते मेले लगते ने, सन्यासियां की कोई इहो जी निंदिया करे मार देणगे, जींदे नूं आउण नहीं जे देणगे। ग्रंथ लिखना, उन्हां च पढ़ना, उन्हां च सुनाउणा, ये तो बड़ी कठिन गल है। जोगी गुरु खालसा जी इहो जिहा बर्दाश्त नहीं करनगे। साडी सिखां दी कोई आके निखेधी करे तो असीं बर्दाश्त करांगे। ते एक सन्यासी, एक जोगी, एक हिंदू अपने बारे इदां किवें लिख सकदा है? पेट हेत नर डिंब दिखाही, डिंब करे बिन पईयत नाही, जिन नर एक पुरख कह ध्यायो, तिन कर डिंब न किसी दिखायो। डिंब करे बिन हाथ न आवे, को न काहू शीस नवावे, जो यो पेट न काहू होता, राव रंक काहू को कहता। चौपई जिन प्रभ एक वह ठहरायो, तिन कर डिंब न किसू दिखायो, शीस दियो उन सिर न दीना, रंच समान देह कर चीना। ये कौन लिख सकता है? गुरु गोबिंद सिंह साहब जी तो बिना कोई नहीं जे लिख सकता। महाराज कहते जिन प्रभ एक वह ठहरायो, जिन्हें एक वाहिगुरु अकाल पुरख नूं अपने मन विच ठहरा लिया, अपना इष्ट देव ठहरा लिया, अपना सब कुछ ठहरा लिया, तिन कर डिंब ना काहू दिखायो। उन्हें किसी नूं डिंब नहीं दिखाया, उन्हें पखंड करके नहीं विखाया। सीस दियो उन सिर ना दीना, सिर दे दिता पर अपना सिरड़ नहीं छड्डिया। ये कौन लिख सकता है गुरु तेग बहादुर साहब जी के बारे? किहड़ा हिंदू लिख सकता है? गुरु खालसा जी अज तुसीं देखदे ही पए जो की वरतारे वरतदे पए ने। कोई हिंदू कवि सतगुरु गुरु तेग बहादुर साहब की महिमा ते अपने देवी देवतियां का खंडन कौन कर सकता है? ये गुरु गोबिंद सिंह साहब जी ने अपने पिता सतगुरु के बारे लिखा है। चौपई कान छेद जोगी कहवायो, अत प्रपंच कर बने सुधायो, एक नाम को तत् न लयो, बन को भयो ना गृह को भयो। चौपई कहाँ लगे कब कथै बिचारा, रसना एक न पयित पारा, जिहबा कोट कोट को धरै, गुण समुद्र तो पार न परै। चौपई प्रथम काल सब जग को ताता, ताते भयो तेज बखियाता, सोई भवानी नाम कहाई, जिन सिगरी जह सृष्टि उपाई। ये व्याख्या कौन कर सकता है? प्रथम ओंकार तिन कहा, सो तुन पूर जगत मोह रहा, ताते भयो जगत विस्तारा,
पुरख प्रकृत जब तुहू विचारा, ये कौन कह सकता है। कलगीधर पातशाह गुरु गोबिंद सिंह तो बिना। गुरु खालसा जी दखनी ओंकार, ओंकार ब्रह्मा उत्पात, ओंकार गिया जिन चेत, ओंकार सैल जुग भये, ओंकार वेद निर्मय। ये गुरु गोबिंद सिंह साहब जी ने व्याख्या की है। बली अबली दो उपजाए, ऊच नीच कर भिन्न दिखाए, बप तर काल बली बलवाना, आपै रूप धरत पयो नाना। ये गुरु गोबिंद सिंह साहब जी ने अकाल पुरख की महिमा की है। इंज कह लीए काल अस्तोत्र उच्चारण किया है। काल पुरख अस्तोत्र है। बाद विच महाराज ने माछी अवतार लिखा है। फिर ਜਦੋਂ ਜਦੋਂ ਮਹਾਰਾਜ ਸਾਹਿਬ ਜੀ ਅਵਤਾਰ ਲਿਖਦੇ ਰਹੇ, ਉਹਦੇ ਤੋਂ ਪਹਿਲਾਂ ਲਿਖਦੇ ਪਏ। ਜਿਵੇਂ ਉਦਾਹਰਨ ਤੌਰ ਤੇ ਮੈਂ ਪਰਸਰਾਮ ਦਾ ਅਵਤਾਰ ਪੜਾਂਗਾ। ਪੁਨ ਕੇਤਕ ਦਿਨ ਭਏ ਬਤੀਤਾ, ਛਤਰਨ ਸਕਲ ਧਰਾ ਕਹੋ ਜੀਤਾ, ਅਧਿਕ ਜਗਤ ਮੈਂ ਊਚ ਜਨਾਇਓ, ਬਾਸਵ ਬਲ ਕਹੂੰ ਲੇਨ ਨਾ ਪਾਇਓ, ਚੌਪਈ ਵਿਆकुल सकल देवता भये, मिलकर सब बासव पै गए, छत्री रूप धरे सब असुरन, आवत कहाँ भूप तुमरे मन, सब देवन मिल करो विचारा, क्षीर समुद्र कहूँ चले सुधारा, काल पुरख की करी बढ़ाई, इम आज्ञा तह ते तिन पाई। अकाल पुरख परमेश्वर ने आज्ञा की। आज्ञा की दिज जम दगन जगत मोह सोहत, नित्य उठ करत अगन ओगन हत, तह तुम धरो बिस्न अवतारा। विष्णु जी ने आज्ञा की अकाल पुरख ने, आप जी जाओ ते जा करके अवतार धारना करो। गुरु खालसा जी विष्णु जी ने अकाल पुरख की आज्ञा होंदी रही ते वो दुनिया ते अवतार धारते रहे। गुरु गोबिंद सिंह साहब जी ने ये दसम की बाणी दे विच ये दस्या है भी विष्णु एक वक्री हस्ती है ते अकाल पुरख परमेश्वर एक वक्री हस्ती है। ब्रह्मा विष्णु शिव ये त्रै गुणा तो उपर परमेश्वर की सरगुण हस्ती, जिन्हों अकाल पुरख कहते हैं, जिन्हों महाकाल कालन को काल, महाकाल हूँ को काल है। ओदी व्याख्या गुरु गोबिंद सिंह साहब जी ने भरपूर शब्दां दे विच कीती है। गुरु खालसा जी गुरु ग्रंथ साहब जी दे विच अवतारां दे नाम आउंदे ने, उन्हां दे जिक्र आउंदे ने। प्रहलाद की रख्या की नरसिंह का अवतार धार के। गुरु ग्रंथ साहब विच एक सूत्र लिखिया है, एक तुक लिखी है। इहदी व्याख्या लभनी है तो कित्थे जावांगे? किसी पंडित का दरवाजा ही खड़कावांगे? कित्थे जावांगे? गुरु ग्रंथ साहब जी की जे व्याख्या करनी है दसम ग्रंथ साहब तो बिना हो ही नहीं सकती। अजकल के प्रचार कहते हैं जी ये मिथ्यास है, किसी ने रख्या नहीं की। गुरु गोबिंद सिंह गुरु ग्रंथ साहब जी दे विच लोकाचार दीआं उदाहरणां दित्तियां ने भी लोकाचार विच ਇਹ ਕੁਝ ਹੁੰਦਾ ਸੀ। ਇਹ ਉਦਾਹਰਨਾਂ ਨੇ, ठीक है उदाहरण ही सही। ਅਸੀਂ ਇਹ ਗੱਲ ਬਾਰੇ नहीं पैना होया कि नहीं होया, उदाहरण ही सही। चलो दसम ग्रंथ साहब विच उन्हां दे कहण मुताबक ये मिथियां होईयां गल्लां ही सही। गुरु ग्रंथ साहब विच मिथियां होईयां ही उदाहरणां सही। पर जिदन असीं अपने बच्चे नूं गुरु ग्रंथ साहब दे संथਿਆ करवाई, प्रहलाद ते हरनाकस वाली तुक आई, हर जुग जुग भगते पाया, पैज रखदा आया राम राज, हरनाकस दुष्ट हर मारिया, प्रहलाद तराया। ये रागी सिंह ने तुक पढ़ी, कीर्तन किया। साडा बच्चा छोटा नाल बैठा है, उन्हें कहा जी मैनू दसो ये कौन होया है? प्रहलाद कौन सी, हरनाकस कौन सी, उहदी रख्या किवें प्रभु ने की? किनू पुछांगे जाके? हिंदुआं दा पुराण पढ़ांगे? कित्थों जावांगे? इहदी व्याख्या अपने बच्चे नूं समझाउण लई सानू दसम ग्रंथ साहब की लोड़ पवेगी, दसम गुरु ग्रंथ साहब की लोड़ पवेगी, क्योंकि दसवें गुरु का ये ग्रंथ है। आद श्री गुरु ग्रंथ साहब जी वड्डे सतगुरां दी बाणी का ग्रंथ है। दसम श्री गुरु ग्रंथ साहब जी दसवें पातशाह जी की गुरबाणी ये इस ग्रंथ दे विच शुभायमान है। ये गुरु है, क्योंकि बाणी नूं महाराज ने गुरु का दर्जा दिता है। गुरु खालसा जी आद श्री गुरु ग्रंथ साहब जी की व्याख्या दसम श्री गुरु ग्रंथ साहब जी की पावन गुरबाणी करती है।
ਇਹ ਪਹਿਲਾਂ ਵੀ ਪ੍ਰਕਾਸ਼ ਹੁੰਦਾ ਰਿਹਾ, ਅੱਗੇ ਵੀ ਹੁੰਦਾ ਰਹੇਗਾ। ਸਿੱਖ ਸ਼ਰਧਾ ਭਾਵਨਾ ਨਾਲ ਮੰਨਦੇ ਰਹੇ, ਮੰਨਦੇ ਰਹਿਣਗੇ। ਇਹ ਲੰਡੀ ਬੁੱਚੀ ਜਿਹੜੀ ਹੈ ਨਾ, ਇਹ ਭੱਜੇਗੀ। ਖਾਲਸੇ ਦਾ ਬੋਲਾ ਇਹ, ਖਾਲਸਾ ਗੱਜੇ ਤੇ ਲੰਡੀ ਬੁੱਚੀ ਭੱਜੇ। ਇਹ ਵਿਵਾਦ ਉੱਠਦੇ ਆਏ ਨੇ ਤੇ ਉੱਠਦੇ ਰਹਿਣੇ ਹੈ। ਖਾਲਸਾ ਪੜ੍ਹਦਾ ਏ ਤੇ ਖਾਲਸੇ ਨੇ ਪੜ੍ਹਦੇ ਹੀ ਰਹਿਣਾ ਹੈ। ਖਾਲਸੇ ਨੂੰ ਤਾਕਤ ਮਿਲਦੀ ਰਹੀ ਹੈ, ਉਹ ਮਿਲਦੀ ਹੀ ਰਹੇਗੀ। ਸੋ ਗੁਰੂ ਖਾਲਸਾ ਜੀ, ਸਾਨੂੰ ਇਹ ਗੁੰਮਰਾਹ ਕੁਨ ਪ੍ਰਚਾਰ ਦੇ ਵਿੱਚ ਨਹੀਂ ਪੈਣਾ ਚਾਹੀਦਾ। ਇਹ ਪ੍ਰਚਾਰ ਤੋਂ, ਇਹਨਾਂ ਲੋਕਾਂ ਤੋਂ, ਇਹਨਾਂ ਸ਼ਰਾਰਤੀ ਸਰਕਾਰੀ ਅਨਸਰਾਂ ਤੋਂ, ਜਿਹੜੇ ਸਿੱਖ ਪੰਥ ਨੂੰ, ਸਿੱਖ ਮਰਿਆਦਾ ਨੂੰ ਢਾਹ ਲਾਉਣ ਦਾ, ਸਿੱਖ ਪੰਥ ਦੀਆਂ ਜੜ੍ਹਾਂ ਨੂੰ ਖੋਖਲਾ ਕਰਨ ਦਾ ਯਤਨ ਕਰਦੇ ਪਏ ਨੇ, ਇਹਨਾਂ ਲੋਕਾਂ ਤੋਂ ਬਚ ਕੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਜੁੜ ਕੇ ਆਦਿ ਗੁਰਬਾਣੀ ਤੇ ਦਸਮ ਗੁਰਬਾਣੀ, ਭਾਈ ਗੁਰਦਾਸ, ਭਾਈ ਨੰਦ ਲਾਲ ਸਾਹਿਬ, ਰਹਿਤਨਾਮੇ, ਜੋ ਵੀ ਸਿੱਖ ਪੰਥ ਦੇ ਵਿੱਚ ਪਹਿਲਾਂ ਆਦਿ ਕਾਲ ਤੋਂ ਪੜ੍ਹਿਆ ਜਾਂਦਾ ਏ, ਉਹਨੂੰ ਪੜ੍ਹਨਾ ਚਾਹੀਦਾ ਹੈ। ਜਿੰਨੀਆਂ ਵੀ ਪੁਰਾਣੀਆਂ ਗੁਰੂ ਕਾਲ ਤੋਂ ਚੱਲੀਆਂ ਆ ਰਹੀਆਂ ਨੇ ਸਿੱਖ ਸੰਸਥਾ, ਨਾਮਧਾਰੀ ਸਿੱਖ ਜਗਤ ਹੈ, ਨਿਹੰਗ ਸਿੰਘ ਸ਼੍ਰੋਮਣੀ ਪੰਥ ਅਕਾਲੀ ਹੈ, ਨਿਰਮਲ ਭੇਖ ਹੈ, ਇਸੇ ਤਰ੍ਹਾਂ ਉਦਾਸੀਨ ਭੇਖ ਹੈ, ਇਸੇ ਤਰੀਕੇ ਦੇ ਨਾਲ ਦਮਦਮੀ ਟਕਸਾਲ ਹੈ, ਇਸੇ ਤਰੀਕੇ ਦੇ ਨਾਲ ਗੁਰੂ ਖਾਲਸਾ ਜੀ ਸੇਵਾ ਪੰਥੀਏ ਮਹਾਂਪੁਰਖ ਨੇ। ਇਹ ਜਿੰਨੀਆਂ ਵੀ ਪੁਰਾਣੀਆਂ ਸੰਪਰਦਾਵਾਂ ਨੇ, ਇਹ ਦਸਵੇਂ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ ਮੰਨਦੀਆਂ ਰਹੀਆਂ ਨੇ, ਮੰਨਦੀਆਂ ਹੀ ਰਹਿਣਗੀਆਂ, ਸਿਜਦਾ ਕਰਦੀਆਂ ਆਈਆਂ ਨੇ ਤੇ ਕਰਦੀਆਂ ਇਹਨਾਂ ਨੇ ਰਹਿਣਾ ਹੈ। ਤਖਤਾਂ ਦੇ ਪ੍ਰਕਾਸ਼ ਹੁੰਦਾ ਰਿਹਾ ਹੈ। ਗੁਰੂ ਖਾਲਸਾ ਜੀ 1920 ਤੋਂ ਪਹਿਲਾਂ ਸ਼੍ਰੀ ਅਕਾਲ ਤਖਤ ਵੀ ਪ੍ਰਕਾਸ਼ ਵੀ ਸੀ। 66 ਤੋਂ ਪਹਿਲਾਂ ਸ਼੍ਰੀ ਕੇਸਗੜ੍ਹ ਸਾਹਿਬ ਵੀ ਪ੍ਰਕਾਸ਼ ਸੀ, ਦਮਦਮੇ ਸਾਹਿਬ ਵੀ। ਅੱਜ ਵੀ ਪਟਨਾ ਸਾਹਿਬ ਤੇ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਪੁਰਾਣੀ ਗੁਰਮਰਿਆਦਾ ਚਲੀ ਆ ਰਹੀ ਹੈ। ਉੱਥੇ ਗੁਰਾਂ ਦਾ ਪ੍ਰਕਾਸ਼ ਹੈ, ਉੱਥੇ ਆਦਿ ਦਾ ਮੁਖਵਾਕ ਵੀ ਹੈ ਤੇ ਦਸਮ ਬਾਣੀ ਦਾ ਵੀ ਮੁਖਵਾਕ ਹੈ। ਉੱਥੇ ਗੁਰੂ ਕਰਕੇ ਸਮਾਨਤਾ ਦਿੱਤੀ ਜਾਂਦੀ ਹੈ। ਸੋ ਮੈਂ ਨਾਮਧਾਰੀ ਸਿੱਖ ਜਗਤ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ, ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਹੈ। ਬਾਬਾ ਉਦੇ ਸਿੰਘ ਜੀ, ਉਹਨਾਂ ਨੇ ਇਹ ਉਪਰਾਲਾ ਕੀਤਾ ਕਿ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਜੋ ਲੋਕ ਖੰਡਨ ਕਰ ਰਹੇ ਨੇ, ਇਸ ਖੰਡਨ ਦਾ ਜਵਾਬ ਪੁਰਜੋਰ ਸ਼ਬਦਾਂ ਵਿੱਚ ਦਿੱਤਾ ਜਾਵੇ। ਮਹਾਂਪੁਰਖਾਂ ਵੱਲੋਂ, ਬਾਬਾ ਜੀ ਵੱਲੋਂ, ਗੁਰੂ ਖਾਲਸਾ ਜੀ, ਇਹ 7-8 ਰੋਜ਼ਾ ਇਹ ਸਮਾਗਮ ਚੱਲੇਗਾ ਦਸਵੇਂ ਪਾਤਸ਼ਾਹ ਜੀ ਦੀ ਪਾਵਨ ਬਾਣੀ ਬਾਰੇ। ਅੱਜ ਦਾਸ ਨੇ ਹਾਜ਼ਰੀ ਭਰੀ ਹੈ, ਕੱਲ੍ਹ ਨੂੰ ਸ਼ਾਇਦ ਸੰਤ ਮਹਾਂਪੁਰਖ ਨਿਰਮਲ ਭੇਖ ਦੇ ਭੂਸ਼ਣ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਅਨੰਨ ਸੇਵਕ ਸੰਤ ਮਹਾਰਾਜ ਸੰਤ ਦਰਸ਼ਨ ਸਿੰਘ ਜੀ ਬਨਾਰਸ ਵਾਲੇ, ਭੈਲੀ ਕਿਲ੍ਹਾ ਸਾਹਿਬ ਗੁਰਦੁਆਰਾ ਹੈ, ਉੱਥੇ ਹੁਣ ਸੇਵਾ ਨਿਭਾਉਂਦੇ ਨੇ, ਗੁਰਮਤਿ ਵਿਦਿਆਲਾ ਚਲਾ ਰਹੇ ਨੇ, ਉਹਨਾਂ ਨੇ ਹਾਜ਼ਰੀ ਭਰਨੀ ਹੈ। ਅੱਗੇ ਸ਼ਾਇਦ ਸਾਡੇ ਵਿਦਿਆ ਗੁਰੂ ਗਿਆਨੀ ਹਰਦੀਪ ਸਿੰਘ ਜੀ ਸੱਚਖੰਡ ਹਜ਼ੂਰ ਸਾਹਿਬ ਵਾਲੇ ਮਹਾਂਪੁਰਖ, ਉਹ ਵੀ ਹਾਜ਼ਰੀ ਭਰਨਗੇ। ਡਾਕਟਰ ਅਨੁਰਾਗ ਸਿੰਘ ਜੀ, ਉਹ ਵੀ ਹਾਜ਼ਰੀ ਭਰਨਗੇ। ਸੰਤ ਨਿਸ਼ਾਨ ਸਿੰਘ ਜੀ ਬੜੇ ਪਿਆਰ ਵਾਲੀ ਰੂਹ ਨੇ ਤੇ ਨਾਮਧਾਰੀ ਪੰਥ ਦੇ ਰਤਨ ਨੇ, ਤੇ ਉਹ ਵੀ ਸ਼ਾਇਦ ਹਾਜ਼ਰੀ ਭਰਨਗੇ। ਸੋ ਇਹ ਬਹੁਤ ਵੱਡਾ ਉਪਰਾਲਾ ਹੈ। ਮੈਂ ਵਧਾਈ ਦਿੰਦਾ ਹੋਇਆ ਇੱਥੇ ਖਿਮਾ ਦਾ ਜਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।